का खालसा वाहिगुरू जी की फतेह। संगत जी जी आया नू, जी आया नू, जी आया नू। मुस्कुरांदा होया चेहरा रखो पहला सारे जाने। मुस्कुराहट पता कितनी वड्डी मेडिसिन है साडी बॉडी ਲਈ, ਸਾਡੀ ਮਾਈਂਡ ਲਈ, ਸਾਡੇ এনवायरमेंट ਦੇ ਲਈ। तो मुस्कुराते रहो। तो ਅੱਜ ਦਾ ਸਾਡਾ ਟੌਪਿਕ ਹੈਗਾ ਪੋਜ਼ਿਟਿਵ ਅਫਰਮੇਸ਼ਨਸ ਦੇ ਬਾਰੇ। ਅਫਰਮੇਸ਼ਨਸ ਕੀ ਹੁੰਦੀਆਂ ਨੇ? ਅਫਰਮੇਸ਼ਨਸ ਜਿਹੜੀ ਅਸੀਂ ਸੈਲਫ ਟਾਕ ਕਰਦੇ ਰਹਿੰਦੇ ਹਾਂ, ਹਰ ਵੇਲੇ ਕਰ ਰਹੇ ਹਾਂ ਸਾਰੇ ਜਾਣੇ, ਔਰ ਜਿਹੜੀ ਬਾਰ-ਬਾਰ ਅਸੀਂ ਆਪਣੇ ਆਪ ਨੂੰ ਕੋਈ ਮੈਸੇਜ ਦੇ ਰਹੇ ਹਾਂ, ਸੈਲਫ ਟਾਕ ਕਰ ਰਹੇ ਹਾਂ, ਔਰ ਜਿੱਥੇ ਅਸੀਂ ਵਿਸ਼ਵਾਸ ਕਰਨ ਲੱਗ ਜਾਂਦੇ ਹਾਂ, ਭਰੋਸਾ ਕਰਨ ਲੱਗ ਜਾਂਦੇ ਹਾਂ, ਉਹ ਫਿਰ ਇੱਕਦਮ ਸਾਡੇ ਜੀਵਨ ਦੀ ਰਿਐਲਿਟੀ ਬਣ ਜਾਂਦੀ ਹੈ, ਹਕੀਕਤ ਬਣ ਜਾਂਦੀ ਹੈ। ਸੋ ਅੱਜ ਅਸੀਂ ਮਨ ਦੇ ਉੱਤੇ, ਗੁਰੂ ਮਹਾਰਾਜ ਜੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਕਿ ਆਪਣੇ ਮਨ ਦੇ ਉੱਤੇ ਕੰਮ ਕਰੋ। ਬਾਬਾ ਕਬੀਰ ਜੀ ਕਹਿੰਦੇ ਨੇ, ਮੈਂ ਤਾਂ ਮਨ ਨੂੰ ਜਦੋਂ ਦਾ ਸਾਧ ਲਿਆ ਤੇ ਸਿੱਧ ਹੋ ਗਿਆ, ਪੂਰਨ ਹੋ ਗਿਆ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਕਹਿੰਦੇ, ਜਦੋਂ ਮੈਨੂੰ ਤਾਂ ਆਪਣੇ ਮਨ ਦੇ ਨਾਲ ਹੀ ਕੰਮ ਹੈ। ਮਨ ਸਾਧੇ ਸਿੱਧ ਹੋਈ। ਜਦੋਂ ਮੈਂ ਆਪਣੇ ਮਨ ਨੂੰ ਸਾਧ ਲਿਆ, ਚੈਨਲਾਈਜ਼ ਕਰ ਲਿਆ, ਇਹਨੂੰ ਪਿਓਰ ਕਰ ਲਿਆ, ਤਾਂ ਮੈਂ ਸਿੱਧ ਹੋ ਗਿਆ, ਸੰਪੂਰਨ ਹੋ ਗਿਆ। ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਬਾਬਾ ਕਬੀਰ ਜੀ ਕਹਿੰਦੇ ਨੇ, ਮੈਂ ਆਪਣੇ ਮਨ ਨੂੰ ਹੀ ਕਹਿੰਦਾ ਆ, ਇਹ ਮਨ ਤੇਰੇ ਵਰਗਾ ਮੈਨੂੰ ਕੋਈ ਮਿਲਿਆ ਹੀ ਨਹੀਂ। ਮਤਲਬ ਕਮਾਲ ਹੋ ਗਈ। ਸਿਰਫ ਤੈਨੂੰ ਚੈਨਲਾਈਜ਼ ਕਰਨਾ ਸੀ, ਤੇਰੇ ਤੇ ਫੋਕਸ ਕਰਕੇ ਇਹਨੂੰ ਸੁਧਾਰਨਾ ਸੀਗਾ, ਤੇ ਇਹ ਮੈਨੂੰ ਪਤਾ ਹੀ ਨਹੀਂ ਸੀ। ਕਹਿੰਦੇ ਪਰ ਬਾਬਾ ਜੀ ਨੂੰ ਤਾਂ ਪਤਾ ਲੱਗ ਗਿਆ, ਸਾਨੂੰ ਨਹੀਂ ਪਤਾ। ਅਸੀਂ ਆਪਣੇ ਮਨ ਤੇ ਕੰਮ ਨਹੀਂ ਕਰਦੇ, ਅਸੀਂ ਬਾਹਰੀ ਦੁਨੀਆ ਵੱਲ ਹੀ ਧਿਆਨ ਆਪਣਾ ਲੈ ਕੇ ਜਾਈ ਜਾ ਰਹੇ ਹਾਂ। ਸੋ ਅੱਜ ਅਸੀਂ ਆਪਣੇ ਮਨ ਤੇ, ਆਪਣੀ ਸੋਚ ਦੇ ਉੱਤੇ, ਉਹ ਜਿਹੜਾ ਬਾਰ-ਬਾਰ ਮੈਸੇਜ ਅਸੀਂ ਆਪਣੇ ਆਪ ਨੂੰ ਦੇ ਰਹੇ ਹਾਂ, ਸਾਡੀ ਸੋਚ ਵੀ ਹੁੰਦੀ ਸ਼ਬਦਾਂ ਵਿੱਚ ਹੀ ਹੈ। ਸੋ ਉਹ ਸ਼ਬਦ ਕਹਿ ਲਓ, ਉਹ ਬੋਲ ਕਹਿ ਲਓ, ਜਿਹੜੀ ਗੱਲਬਾਤ ਅਸੀਂ ਆਪਣੇ ਨਾਲ ਕਰਦੇ ਚਲੇ ਜਾ ਰਹੇ, ਇਹ ਹੈ ਅਫਰਮੇਸ਼ਨ। ਪਰ ਅੱਜ ਅਸੀਂ ਪੋਜ਼ਿਟਿਵ ਅਫਰਮੇਸ਼ਨ ਦਾ ਟੌਪਿਕ ਲਿਆ ਕਿ ਅਸੀਂ ਆਪਣੇ ਮਨ ਨੂੰ ਇਵੇਂ ਟ੍ਰੇਨਡ ਕਰੀਏ ਕਿ ਸਾਡੀ ਚੜ੍ਹਦੀਆਂ ਕਲਾ ਵਾਲੀ ਸੋਚ ਰਹੇ। ਕਿਉਂਕਿ ਜੋ ਅਸੀਂ ਮੈਸੇਜ ਦੇਈ ਜਾ ਰਹੇ ਹਾਂ ਆਪਣੇ ਆਪ ਨੂੰ, ਅਗਰ ਇਹ ਸਾਡੇ ਸਬਕੌਂਸ਼ੀਅਸ ਮਾਈਂਡ ਤੱਕ ਪਹੁੰਚ ਗਿਆ, ਤਾਂ ਉਹ ਸਾਡੀ ਜ਼ਿੰਦਗੀ ਦੀ ਹਕੀਕਤ ਰਿਐਲਿਟੀ ਬਣ ਕੇ ਹੀ ਰਹਿਣਾ ਆ। ਪਹਿਲਾਂ ਮਨ ਨੂੰ ਥੋੜ੍ਹਾ ਜਿਹਾ ਸਮਝੀਏ ਕਿ ਮਨ ਦੇ ਵੈਸੇ ਤਾਂ ਮਨੋਵਿਗਿਆਨੀਆਂ ਨੇ ਬਹੁਤ ਹੀ ਹਿੱਸੇ ਕੀਤੇ ਨੇ, ਪਰ ਅਸੀਂ ਸਿਰਫ 2 ਲਵਾਂਗੇ। ਇੱਕ ਕੌਨਸ਼ੀਅਸ ਮਾਈਂਡ, ਇੱਕ ਸਬਕੌਂਸ਼ੀਅਸ ਮਾਈਂਡ। ਕੌਨਸ਼ੀਅਸ ਮਾਈਂਡ ਜਿਹੜਾ ਜਾਗਰਤ, ਜਿੰਨਾ ਅਸੀਂ ਗੱਲਾਂ ਕਰ ਰਹੇ ਹਾਂ, ਤੁਸੀਂ ਸੁਣ ਰਹੇ ਹੋ, ਇਹ ਸਾਡਾ ਕੌਨਸ਼ੀਅਸ ਮਾਈਂਡ ਹੈ। ਇੱਕ ਹੈਗਾ ਸਾਡਾ ਸਬਕੌਂਸ਼ੀਅਸ ਮਾਈਂਡ। ਜਿਹੜਾ ਕੌਨਸ਼ੀਅਸ ਮਾਈਂਡ ਆ, ਇਹਦੀ ਪਾਵਰ ਸਿਰਫ 10% ਆ। ਜਿਹੜਾ ਸਬਕੌਂਸ਼ੀਅਸ ਮਾਈਂਡ ਆ, ਉਹਦੀ ਹੈਗੀ ਆ ਪਾਵਰ 90%, 90%। ਪਰ ਅਸੀਂ ਸਿਰਫ ਇਹ 10% ਨਾਲ ਹੀ ਆਪਣਾ ਜੀਵਨ ਚਲਾ ਰਹੇ ਹਾਂ। 90% ਅੰਦਰ ਆਪਣਾ ਕੰਮ ਕਰੀ ਜਾ ਰਿਹਾ, ਪਰ ਅਸੀਂ ਉਹਦੇ ਤੱਕ ਨਹੀਂ ਅਗਰ ਪਹੁੰਚ ਕਰਦੇ, ਤਾਂ ਉਹ ਫਿਰ ਆਪਣੇ ਹਿਸਾਬ ਨਾਲ ਚੱਲੀ ਜਾ ਰਿਹਾ। ਅਗਰ ਅਸੀਂ ਉੱਥੇ ਤੱਕ ਪਹੁੰਚ ਗਏ, ਪਕੜ ਕਰ ਲਈ, ਫਿਰ ਜਿਵੇਂ ਮਰਜ਼ੀ ਅਸੀਂ ਆਪਣੀ ਲਾਈਫ ਨੂੰ, ਆਪਣੀ ਜ਼ਿੰਦਗੀ ਨੂੰ ਅਸੀਂ ਮੋੜ ਸਕਦੇ। ਸੋ ਇਵੇਂ ਸਮਝ ਲਈਏ ਕਿ ਜਿਹੜਾ ਸਬਕੌਂਸ਼ੀਅਸ ਮਾਈਂਡ ਆ, ਮੰਨ ਲਓ ਇੱਕ ਘਰ ਆ, ਤੇ ਜਿਹੜਾ ਕੌਨਸ਼ੀਅਸ ਮਾਈਂਡ ਆ, ਉਹ ਇੱਕ ਪਹਿਰੇਦਾਰ ਆ, ਉਹ ਸਿਕਿਉਰਿਟੀ ਗਾਰਡ ਆ। ਸੋ ਸਬਕੌਂਸ਼ੀਅਸ ਮਾਈਂਡ ਤੱਕ ਪਹੁੰਚਣ ਦੇ ਲਈ ਜਿਹੜਾ ਬਾਹਰ ਪਹਿਰੇਦਾਰ ਖੜਾ ਆ, ਜਿਹੜਾ ਸਿਕਿਉਰਿਟੀ ਗਾਰਡ ਖੜਾ ਹੈ, ਉਹਨੂੰ ਪਹਿਲਾਂ ਸਾਨੂੰ ਸੈਟਿਸਫਾਈਡ ਕਰਨਾ ਪੈਣਾ ਨਾ, ਵੀ ਆਪਾਂ ਘਰ 'ਚ ਕਿਉਂ ਐਂਟਰ ਹੋਈਏ। ਉਹ ਪਹਿਰੇ ਤੇ ਖੜਾ, ਉਹਨੇ ਕਿਸੇ ਨੂੰ ਵੜਨ ਨਹੀਂ ਦੇਣਾ, ਉਹਦਾ ਕੰਮ ਆ, ਉਹਦੀ ਡਿਊਟੀ ਹੈ। ਸੋ ਉਹਨੂੰ ਸੈਟਿਸਫਾਈਡ ਕਰਨ ਦੇ ਕੀ ਤਰੀਕੇ? ਕੋਈ ਵੀ ਬਾਹਰ ਗਾਰਡ ਅਗਰ ਸਾਡੇ ਘਰ ਦੇ ਖੜਾ ਆ ਸਾਡੀ ਰੱਖਿਆ ਦੇ ਲਈ, ਕੀ ਅਸੀਂ ਜਾਂ ਤਾਂ ਉਹਨੂੰ ਉਹ ਪੁੱਛੇਗਾ ਤੂੰ ਕਿਉਂ ਜਾਣਾ ਹੈ ਨਾ ਅੰਦਰ, ਤੇ ਅਸੀਂ ਉਹਨੂੰ ਲੌਜਿਕ ਦੇਵਾਂਗੇ ਵੀ ਇਸ ਕਾਰਨ ਅਸੀਂ ਜਾਣਾ, ਜਾਂ ਤਾਂ ਉਹਨੂੰ ਅਸੀਂ ਲੌਜੀਕਲੀ ਸੈਟਿਸਫਾਈਡ ਕਰ ਲਈਏ ਤਦ ਜਾਣ ਦੇਵੇਗਾ ਉਹ। ਜਾਂ ਫਿਰ ਉਹਨੂੰ ਲੌਜੀਕਲੀ ਸੈਟਿਸਫਾਈਡ ਅਸੀਂ ਨਹੀਂ ਕਰ ਪਾਏ, ਲੇਕਿਨ ਅਸੀਂ ਬਾਰ-ਬਾਰ ਉਹਨੂੰ ਰਿਕੁਐਸਟ ਕਰੀ ਜਾਈਏ, ਫਿਰ ਵੀ ਕਈ ਵਾਰ ਹੋ ਸਕਦਾ। ਔਰ ਇਸ ਤਰ੍ਹਾਂ ਵੀ ਨਹੀਂ, ਫਿਰ ਇੱਕ ਹੋਰ ਵੀ ਤਰੀਕਾ ਹੈਗਾ ਆ, ਜਦੋਂ ਉਹ ਸੌ ਜਾਵੇ, ਜਦੋਂ ਉਹ ਅਲਰਟ ਜਾਗਰਤ ਨਾ ਹੋਵੇ, ਮੜ ਜੀ ਅੱਧੀ ਨੀਂਦ ਦੇ ਵਿੱਚ ਹੀ। ਤੁਸੀਂ ਮੋਸਟਲੀ ਦੇਖੋ ਵੀ ਚੋਰੀਆਂ ਕਦੋਂ ਹੁੰਦੀਆਂ ਨੇ? ਉਸ ਵਕਤ ਹੀ ਹੁੰਦੀਆਂ ਨੇ ਜਦੋਂ ਸਿਕਿਉਰਿਟੀ ਗਾਰਡ ਜਿਹੜੇ ਨੇ ਉਹ ਜਾਂ ਸੌ ਜਾਂਦੇ ਨੇ ਜਾਂ ਇੱਧਰ ਉੱਧਰ ਹੋ ਜਾਂਦੇ ਨੇ, ਉਸ ਵਕਤ ਚੋਰੀਆਂ ਹੁੰਦੀਆਂ ਨੇ ਜ਼ਿਆਦਾਤਰ। ਸੋ ਹੁਣ ਇਹ ਕੌਨਸ਼ੀਅਸ ਮਾਈਂਡ
ਜਿਹੜਾ ਸਿਕਿਉਰਿਟੀ ਗਾਰਡ ਖੜਾ ਆ ਉੱਥੇ ਤੱਕ ਅਸੀਂ ਮੈਸੇਜ ਪਹੁੰਚਾਉਣਾ ਆ ਜਿਹੜਾ ਅਸੀਂ ਚਾਹੁੰਦੇ ਹਾਂ ਸਾਡੀ ਲਾਈਫ ਦੀ ਰਿਐਲਿਟੀ ਬਣ ਜਾਵੇ, ਤਾਂ ਉਹ ਸਬਕੌਂਸ਼ੀਅਸ ਮਾਈਂਡ ਤੱਕ ਅਸੀਂ ਅੰਦਰ ਆਪਣੇ ਘਰ ਵਿੱਚ, ਸਬਕੌਂਸ਼ੀਅਸ ਮਾਈਂਡ ਸਾਡਾ ਅੰਤਰ ਮਨ ਆ, ਇਹਨੂੰ ਬਾਹਰੀ ਮਨ, ਕੌਂਸ਼ੀਅਸ ਮਾਈਂਡ ਜਿਹੜਾ ਸਿਕਿਉਰਿਟੀ ਗਾਰਡ ਆ ਉਹ ਸਾਡਾ ਬਾਹਰੀ ਮਨ ਆ, ਸਬਕੌਂਸ਼ੀਅਸ ਮਾਈਂਡ ਸਾਡਾ ਅੰਤਰ ਮਨ ਆ, ਜਾਂ ਇਵੇਂ ਕਹਿ ਲਓ ਚੇਤਨਾ, ਉਹ ਆਤਮਾ ਦਾ ਉਹ ਹਿੱਸਾ 90% ਜਿਹੜਾ ਸਾਡਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ, ਔਰ ਉੱਥੇ ਤੱਕ ਜੋ ਵੀ ਸਾਡਾ ਮੈਸੇਜ ਪਹੁੰਚ ਜਾਂਦਾ ਆ ਉਹ ਫਿਰ ਸਿੱਧਾ ਸਾਡੇ ਅੰਦਰ ਵੀ ਜਿਹੜੀ ਇੰਨੀ ਸ਼ਕਤੀ ਆ, ਔਰ ਬਾਹਰ ਪੂਰਾ ਉਹਦਾ ਹੀ ਕਨੈਕਸ਼ਨ ਜੁੜਿਆ ਹੋਇਆ ਬ੍ਰਹਿਮੰਡ ਦੇ ਨਾਲ ਕਹਿ ਲਓ, ਪਰਮਾਤਮਾ ਦੇ ਨਾਲ ਕਹਿ ਲਓ। ਤਾਂ ਸਾਡੀ ਇੱਕ ਇੱਕ ਸੋਚ, ਇੱਕ ਇੱਕ ਸ਼ਬਦ, ਇੱਕ ਇੱਕ ਐਕਸ਼ਨ ਜਿਹੜਾ ਆ, ਅੱਜ ਅਸੀਂ ਸਾਇੰਸ ਦੇ ਥਰੂ ਜਾਣਦੇ ਹਾਂ ਕਿ ਹਰ ਚੀਜ਼ ਜਿਹੜੀ ਆ ਵਾਈਬ੍ਰੇਟ ਕਰ ਰਹੀ ਆ, ਇਹ ਵਾਈਬ੍ਰੇਸ਼ਨਸ ਨੇ। ਤਾਂ ਸਾਡੀ ਸੋਚ ਜਿਹੜੀ ਵਾਈਬ੍ਰੇਟ ਕਰ ਰਹੀ ਹੁੰਦੀ ਹੈ, ਸਾਡੇ ਬੋਡੀ ਮਾਈਂਡ ਤੇ ਅਸਰ ਪਾਉਂਦੀ, ਫਿਰ ਪੂਰੇ ਯੂਨੀਵਰਸ ਤੱਕ ਜਾਂਦੀ, ਫਿਰ ਉਹ ਸਾਡੇ ਤੱਕ ਫਿਰ ਵਾਪਸ ਆਉਂਦੀ। ਸੋ ਇਹ ਜਿਹੜਾ ਬ੍ਰਹਿਮੰਡ ਆ, ਯੂਨੀਵਰਸ ਕਹਿ ਲਓ, ਇਹ ਅਨੰਤ ਸ਼ਕਤੀਆਂ ਦੇ ਨਾਲ ਭਰਿਆ ਹੋਇਆ। ਇਹਦੀਆਂ ਦੋ ਸ਼ਕਤੀਆਂ ਅਸੀਂ ਲੈ ਲਈਏ, ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਦੀ ਗੱਲ ਕਰੀਏ ਤਾਂ ਪੋਜ਼ਿਟਿਵਿਟੀ ਦੇ ਵਿੱਚ ਇਹਦੇ ਵਿੱਚ ਸੁੱਖ ਵੀ ਹੈ, ਸ਼ਾਂਤੀ ਹੈ, ਪ੍ਰੇਮ ਹੈ, ਸਮਰਿੱਧੀ ਹੈ, ਬਰਕਤਾਂ ਨੇ, ਚੜ੍ਹਦੀਆਂ ਕਲਾਂ ਵਾਲੀਆਂ ਨੇ, ਤੰਦਰੁਸਤੀਆਂ ਨੇ ਇਹਦੇ ਵਿੱਚ, ਅੱਛੀ ਬੁੱਧੀ ਹੈ ਇਹਦੇ ਵਿੱਚ, ਔਰ ਹੋਰ ਤੋਂ ਰੂਹਾਨੀਅਤ ਸ਼ਕਤੀਆਂ ਦੀ ਭੰਡਾਰ ਭਰਿਆ ਪਿਆ ਇਸ ਬ੍ਰਹਿਮੰਡ ਦੇ ਵਿੱਚ। ਇਹ ਸਾਰਾ ਪੋਜ਼ਿਟਿਵਿਟੀ ਵਾਲੀ એનર્ਜੀ ਆ। ਅਗਰ ਅਸੀਂ ਦੂਸਰਾ ਇਹਦਾ ਰੂਪ ਦੇਖ ਲਈਏ ਤਾਂ ਉਹਦੇ ਵਿੱਚ, ਇਹਦੇ ਵਿੱਚ ਦੁੱਖ ਵੀ ਹੈ, ਅਸ਼ਾਂਤੀ ਵੀ ਹੈ, ਕਸ਼ਟ ਵੀ ਨੇ, ਰੋਗ ਵੀ ਨੇ। ਸੋ ਸਾਰਾ ਜੋ ਵੀ ਅਸੀਂ ਨੈਗੇਟਿਵ ਲਾ ਲਈਏ ਵੱਧ ਤੋਂ ਵੱਧ ਉਹ ਵੀ ਇਹਦੇ ਵਿੱਚ ਹੀ ਆ। ਚੰਗਾ ਤੋਂ ਚੰਗਾ ਜੋ ਸਾਡੀ ਸੋਚ ਲਾ ਸਕਦੀ ਉਹ ਵੀ ਇਹਦੇ ਵਿੱਚ ਹੀ ਹੈ। ਤੋ ਰਿਸਰਚਰਸ ਕਹਿੰਦੀਆਂ ਨੇ ਕਿ ਜੋ ਵੀ ਅਸੀਂ ਸੋਚਦੇ ਹਾਂ ਜਾਂ ਬੋਲਦੇ ਹਾਂ, ਉਹ ਜਿਹੜੀ ਉਹ એનર્ਜੀ ਹੈ ਉਹ ਵਾਈਬ੍ਰੇਸ਼ਨਸ ਦੇ ਰੂਪ ਦੇ ਵਿੱਚ ਇਸ ਬ੍ਰਹਿਮੰਡ ਵਿੱਚ ਜਾਂਦੀ ਹੈ, ਔਰ ਫਿਰ ਉਹੀ ਉਸ ਨੂੰ ਅਸੀਂ ਅਟਰੈਕਟ ਕਰਦੇ ਹਾਂ। ਸੋ ਜੈਸਾ ਸੇਵੈ ਤੈਸਾ ਹੋਏ, ਗੁਰਬਾਣੀ ਦਾ ਨਾਲ ਸਿਧਾਂਤ ਜਿਹੜਾ ਆ ਗਿਆ। ਇਹ ਬਹੁਤ ਵੱਡਾ ਸਿਧਾਂਤ ਹੈ ਕਿ ਜੋ ਅਸੀਂ ਅੰਦਰ ਸੋਚਦੇ ਹਾਂ, ਜੋ ਅਸੀਂ ਬੋਲ ਦਿੰਦੇ ਹਾਂ, ਉਹ ਸਾਡੇ ਜੀਵਨ ਵਿੱਚ ਹੋਣ ਲੱਗ ਜਾਂਦਾ। ਸੋ ਹੁਣ ਜਿਹੜੀ ਬਾਰ-ਬਾਰ ਅਸੀਂ ਆਪਣੇ ਅਗਰ ਵਿਸ਼ਵਾਸ ਰੱਖ ਲਈਏ ਨਾ ਕਿਸੇ ਚੀਜ਼ ਦੇ ਉੱਤੇ, ਤਾਂ ਉਹ ਫਿਰ ਸਬਕੌਂਸ਼ੀਅਸ ਮਾਈਂਡ ਤੱਕ ਉਹ ਸਿੱਧਾ ਪਹੁੰਚਦਾ ਹੈ। ਸੋ ਇਹ ਪਹਿਰੇਦਾਰ ਜਿਹੜਾ ਬਾਹਰ ਖੜਾ ਸਾਡਾ 10% ਵਾਲਾ ਜਿਹੜਾ ਸਿਕਿਉਰਿਟੀ ਗਾਰਡ ਆ, ਸਾਡਾ ਕੌਂਸ਼ੀਅਸ ਮਾਈਂਡ ਆ, ਜਿਹੜਾ ਸਾਡੇ ਅੰਤਰ ਮਨ ਤੱਕ ਸਾਡੀ ਮੈਸੇਜ ਨੂੰ ਨਹੀਂ ਪਹੁੰਚਣ ਦਿੰਦਾ। ਸੋ ਉਹਨੂੰ ਕਿਵੇਂ ਆਪਾਂ ਠੀਕ ਕਰ ਸਕਦੇ ਹਾਂ ਵੀ ਉਹ ਸਾਡੀ ਗੱਲ ਮੰਨ ਲਵੇ? ਇੱਕ ਤਾਂ ਲੌਜੀਕਲ ਉਹਨੂੰ ਅਸੀਂ ਸੈਟਿਸਫਾਈਡ ਕਰ ਸਕਦੇ ਹਾਂ, ਜਿੱਦਾਂ ਮੰਨ ਲਓ ਵੀ ਸਾਡੇ ਜੀਵਨ ਦੇ ਵਿੱਚ ਦੁੱਖ ਆ, ਸ਼ਾਂਤੀ ਆ, ਪਰੇਸ਼ਾਨੀ ਆ। ਹੁਣ ਅਸੀਂ ਮੈਸੇਜ ਦੇਣਾ ਆ ਵੀ ਮੈਂ ਤਾਂ ਸੁਖੀ ਹਾਂ, ਬਹੁਤ ਸੁਖੀ ਹਾਂ, ਖੁਸ਼ ਹਾਂ, ਇੰਜੋਏ ਕਰ ਰਹੇ ਹਾਂ ਆਪਣੀ ਲਾਈਫ ਨੂੰ, ਅਗਰ ਇਹ ਅਸੀਂ ਮੈਸੇਜ ਦੇਣਾ ਆ ਤਾਂ ਜਿਹੜਾ ਪਹਿਰੇਦਾਰ ਖੜਾ ਲੌਜੀਕਲ ਮਾਈਂਡ, ਤੁਸੀਂ ਕਹਿਣਾ ਮੈਂ ਆਪਣੇ ਆਪ ਨੂੰ ਅਗਰ ਅਫਰਮੇਸ਼ਨ ਦੇਣੀ ਸ਼ੁਰੂ ਕਰਦੀ ਹਾਂ, ਮੈਂ ਸੁਖੀ ਹਾਂ, ਮੈਂ ਤੰਦਰੁਸਤ ਹਾਂ, ਮੈਂ ਅਮੀਰ ਹਾਂ, ਮੈਂ ਰੱਬ ਨਾਲ ਜੁੜਿਆ ਹਾਂ, ਜੋ ਵੀ ਜਿਹੜੇ ਸਪਿਰਿਚੁਅਲ ਨੇ ਉਹ ਇਦਾਂ ਦੀਆਂ ਦੇਣਗੇ, ਜਿਹਨੂੰ ਸੰਸਾਰ ਦੀ ਲੋੜ ਹੈ ਇਹੋ ਜਿਹੀਆਂ ਦੇਣਗੇ। ਸੋ ਜਦੋਂ ਇਹ ਮੈਸੇਜ ਦਿੱਤਾ, ਜਿਹੜਾ ਲੌਜੀਕਲ ਮਾਈਂਡ ਆ ਉਹ ਅੱਗੇ ਫਿਰ ਕਹਿਣਾ ਸ਼ੁਰੂ ਕਰ ਦੇਗਾ ਫਟਾਫਟ ਪਹਿਰੇਦਾਰ, ਤੂੰ ਕਿੱਥੇ ਸੁਖੀ ਆ, ਤੂੰ ਤਾਂ ਦੁਖੀ ਰਹਿਣਾ ਹਰ ਵੇਲੇ। ਮਤਲਬ ਸਾਡਾ ਹੀ ਮਨ ਨੇ ਸਾਨੂੰ, ਸਾਡੇ ਲੌਜਿਕ, ਸਾਡਾ ਮਨ ਹੀ ਸਾਡੇ ਨਾਲ ਲੌਜਿਕ ਕਰਦਾ, ਉਹਨੇ ਕਹਿਣਾ ਤੂੰ ਤਾਂ ਦੁਖੀ ਆ। ਅਸੀਂ ਮੈਸੇਜ ਦੇ ਰਹੇ ਹਾਂ ਕਿ ਮੈਂ ਤੰਦਰੁਸਤ ਹਾਂ, ਤਾਂ ਸਾਡੇ ਮਾਈਂਡ ਨੇ ਕਹਿਣਾ ਤੂੰ ਕਿੱਥੇ, ਤੂੰ ਫਿਰ ਦਵਾਈਆਂ ਕਿਉਂ ਖਾਂਦਾ ਜੇ ਤੂੰ ਤੰਦਰੁਸਤ ਆ, ਤੂੰ ਡਾਕਟਰਾਂ ਦੀਆਂ ਗੇੜੀਆਂ ਕਿਉਂ ਮਾਰਦਾ ਫਿਰ ਤੂੰ। ਸੋ ਇਹ ਜਿਹੜਾ 10% ਵਾਲਾ ਲੌਜੀਕਲ ਮਾਈਂਡ ਆ ਨਾ, ਇਹਨੇ ਅੱਗੋਂ ਕ੍ਰਾਸ ਕਰੀ ਜਾਣਾ, ਕਿਉਂਕਿ ਇਹਦੀ ਡਿਊਟੀ ਹੈ ਇਹਨੇ ਅੰਦਰ ਜਾਣ ਨਹੀਂ ਦੇਣਾ ਅੰਦਰ ਜਦ ਤੱਕ ਇਹ ਲੌਜੀਕਲ ਸੈਟਿਸਫਾਈਡ ਨਹੀਂ ਹੁੰਦਾ। ਸੋ ਇਹ ਕਿਵੇਂ ਫਿਰ ਇਵੇਂ ਤਾਂ ਮਨਾ ਕਰੀ ਜਾਂਦਾ ਨਾ, ਜਿੱਦਾਂ ਆਪਾਂ ਕਹੀਏ ਕਿਸੇ ਬਿਮਾਰ ਨੂੰ ਜਾ ਕੇ ਕਹੀਏ ਲੈ ਤੂੰ ਤਾਂ ਤੰਦਰੁਸਤ ਆ, ਤੰਦਰੁਸਤ ਆ, ਕਿ ਅਸੀਂ ਸੁਣਿਆ ਵੀ ਉਹਨੂੰ ਇਦਾਂ ਦੇ ਵਰਡਸ ਬੋਲਣੇ ਨੇ, ਪਰ ਉਹ ਨਹੀਂ ਮੰਨੇਗਾ ਵੀ ਮੈਂ ਤਾਂ ਬਿਮਾਰ ਆ, ਮੈਂ ਤਾਂ ਇੱਥੇ ਆ। ਪਰ ਅਗਰ ਉਹਦਾ ਮਨ ਮੰਨ ਲਵੇ, ਇਹ ਵਿਸ਼ਵਾਸ ਦੀ ਗੱਲ ਆ, ਜਦੋਂ ਵਿਸ਼ਵਾਸ ਕਰ ਲਿਆ ਫਿਰ ਉਹ ਜਿਹੜਾ ਠੀਕ ਹੋਣਾ ਸ਼ੁਰੂ ਹੋ ਜਾਏਗਾ। ਸੋ ਇੱਕ ਤਾਂ ਵਿਸ਼ਵਾਸ, ਕਈ ਵਾਰ ਇੱਕੋ ਵਾਰੀ ਵਿਸ਼ਵਾਸ ਆ ਜਾਂਦਾ, ਉਹ ਸਿੱਧਾ ਸਬਕੌਂਸ਼ੀਅਸ ਮਾਈਂਡ ਤੱਕ ਪਹੁੰਚ ਜਾਂਦਾ, ਉਹ ਫਿਰ ਲੌਜੀਕਲ ਮਾਈਂਡ ਕੁਝ ਨਹੀਂ ਕਰ ਸਕਦਾ। ਜਿਵੇਂ ਸੰਗਤ ਜੀ ਤੁਸੀਂ ਸੰਸਾਰ ਵਿੱਚ ਦੇਖਿਆ ਹੋਏਗਾ ਕਿ ਅੱਗੇ ਇੱਕ ਜਗ੍ਹਾ ਮੜਾ ਹੋਇਆ ਸੀ ਵੀ ਉੱਥੇ ਪਾਣੀ ਮਿਲਦਾ ਪਹਾੜਾਂ ਤੇ, ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਸੋ ਲੋਕ ਭਰ ਕੇ ਕੇਲੀਆਂ ਪਤਾ ਨਹੀਂ ਕੀ ਉਹ ਲਿਜਾਣਾ ਸ਼ੁਰੂ ਕਰ ਦਿੱਤਾ, ਔਰ ਇਹ ਨਹੀਂ ਕਿ ਫਰਕ ਨਹੀਂ ਪੈਂਦਾ, ਫਰਕ ਵੀ ਪੈਂਦਾ। ਵਿਸ਼ਵਾਸ, ਤੁਹਾਡਾ ਹੀ ਵਿਸ਼ਵਾਸ ਜਿਹੜਾ ਆ ਉਹ ਤੁਹਾਨੂੰ ਹੀਲ ਕਰਨਾ ਸ਼ੁਰੂ ਕਰ ਦਿੰਦਾ ਹੈ।
ਉੱਥੇ ਸੀਗਾ ਜਾਂ ਨਹੀਂ ਸੀਗਾ ਆਪਾਂ ਉੱਤੇ ਨਹੀਂ ਵਿਚਾਰ ਕਰ ਰਹੇ। ਹੋ ਸਕਦਾ ਉਹ ਸਹੀ ਹੋਵੇ ਜਾਂ ਗਲਤ ਹੋਵੇ, ਸਾਡਾ ਉਹ ਪੁਆਇੰਟ ਨਹੀਂ ਆ। ਮਤਲਬ ਆਪਣਾ ਹੀ ਵਿਸ਼ਵਾਸ, ਵਿਸ਼ਵਾਸ ਹੋ ਜਾਵੇ ਸਵਾਹ ਦੀ ਚੁਟਕੀ ਵੀ ਆਰਾਮ ਕਰਕੇ ਰੱਖ ਦਿੰਦੀ ਹੈ। ਨਾ ਵਿਸ਼ਵਾਸ ਹੋਵੇ ਤਾਂ ਫਿਰ ਕੁਝ ਵੀ ਨਹੀਂ ਤੁਹਾਨੂੰ ਠੀਕ ਕਰ ਸਕਦਾ। ਵਿਸ਼ਵਾਸ ਦੇਖੋ, ਅਗਰ ਕੋਈ ਬਿਮਾਰ ਹੋਵੇ ਉਹਨੂੰ ਆ ਕੇ ਕੋਈ ਦੱਸ ਦੇ ਵੀ ਉਹ ਜਿਹੜਾ ਉਹ ਡਾਕਟਰ ਹੈ ਨਾ ਫਲਾਨਾ ਫਲਾਨਾ, ਉਹ ਬੜਾ ਵਧੀਆ, ਉਹ ਤਾਂ ਇਲਾਜ ਬਸ ਉਹ ਤਾਂ ਇੱਕੋ ਵਾਰੀ ਉਹ ਠੀਕ ਕਰਕੇ ਰੱਖ ਦਿੰਦਾ। ਤਾਂ ਬੰਦਾ ਉਹ ਜਦੋਂ ਵਿਸ਼ਵਾਸ ਨਾਲ ਜਾਣਾ ਸ਼ੁਰੂ ਹੋ ਜਾਂਦਾ, ਹਾਲੇ ਡਾਕਟਰ ਦੀ ਉਹਨੂੰ ਮੈਡੀਸਨ ਨਹੀਂ ਮਿਲੀ, 50% ਉਹ ਪਹਿਲਾਂ ਹੀ ਠੀਕ ਹੋ ਜਾਂਦਾ ਆਪਣੀਆਂ ਸੋਚਾਂ 'ਚ ਵੀ ਹੁਣ ਮੈਂ ਠੀਕ ਹੋ ਜਾਣਾ। ਸੋ ਇਹ ਹੈ ਸਬਕੌਂਸ਼ੀਅਸ ਮਾਈਂਡ। ਜਦੋਂ ਵਿਸ਼ਵਾਸ, ਇਹ ਵਿਸ਼ਵਾਸ ਤੇ ਖੜਾ, ਜਦੋਂ ਕੈਚ ਕਰ ਲਿਆ ਕਿਸੇ ਗੱਲ ਤੇ ਅਸੀਂ ਵਿਸ਼ਵਾਸ ਕਰ ਲਿਆ, ਫਿਰ ਉਹ ਕੰਮ ਹੋਣਾ ਸ਼ੁਰੂ ਹੋ ਜਾਣਾ। ਸੋ ਅਗਰ ਮੰਨ ਲਓ ਵੀ ਵਿਸ਼ਵਾਸ ਸਾਡਾ ਮਨ ਨਹੀਂ ਕਰ ਰਿਹਾ, ਅਸੀਂ ਪੋਜ਼ਿਟਿਵ ਅਫਰਮੇਸ਼ਨਸ ਬਾਰੇ ਵਿਚਾਰਾ ਕਰਨੀਆਂ ਵੀ ਚੰਗੇ ਚੰਗੇ ਵਿਚਾਰ ਆਪਣੇ ਆਪ ਨੂੰ ਦੇਣੇ, ਮੈਸੇਜ ਆਪਣੇ ਆਪ ਨੂੰ ਦੇਣੇ, ਅਸੀਂ ਬਾਣੀ ਵਿੱਚੋਂ ਲਵਾਂਗੇ ਸਾਰੇ, ਕਿਉਂਕਿ ਗੁਰਬਾਣੀ ਸਾਰੀ ਜਿਹੜੀ ਸਾਨੂੰ ਉਹ ਪੋਜ਼ਿਟਿਵ ਅਫਰਮੇਸ਼ਨਸ ਹੀ ਸਿਖਾ ਰਹੀ ਹੈ ਵੀ ਤੂੰ ਹੈ ਆ, ਤੂੰ ਭੁੱਲਿਆ ਫਿਰਦਾ, ਤੂੰ ਰੱਬ ਦਾ ਬੱਚਾ, ਕਹੋ ਕਬੀਰੇ ਰਾਮ ਕੀ ਅੰਸ਼, ਜੋ ਪਰਮਾਤਮਾ ਦਾ ਉਹ ਸਾਰਾ ਹੀ ਤੇਰਾ ਆ। ਪਰ ਅਸੀਂ ਉਹ, ਕਿਉਂਕਿ ਸਾਡੀ ਹੀ ਨੈਗੇਟਿਵਿਟੀ, ਕਿਉਂਕਿ ਰਿਸਰਚਰਸ ਕਹਿੰਦੀਆਂ ਨੇ ਕਿ 90% ਸਾਡੀ ਸੋਚ ਜਿਹੜੀ ਹੈ ਉਹ ਨੈਗੇਟਿਵਿਟੀ ਵਾਲੀ ਹੈ। 90% ਲੋਕਾਂ ਦੀ ਸੋਚ ਜਿਹੜੀ, ਇਸ ਤੋਂ ਵੀ ਜ਼ਿਆਦਾ, ਥੋੜਾ ਥੋੜਾ ਵਿੱਚ ਦਿਨ 'ਚ ਪੋਜ਼ਿਟਿਵ ਥਾਟਸ ਕੋਈ ਆਣਗੇ, ਜ਼ਿਆਦਾ ਨੈਗੇਟਿਵਿਟੀ ਦੇ ਉਹੀ ਬਾਰ-ਬਾਰ ਰਿਪੀਟ ਕਰੀ ਜਾ ਰਹੇ ਆ, ਉਹੀ ਫਿਰ ਉਹ ਯੂਨੀਵਰਸ ਚੋਂ ਅਟਰੈਕਟ ਕਰਕੇ ਉਹੀ ਸਾਡੀ ਲਾਈਫ ਦੀ ਹਕੀਕਤ ਬਣੀ ਜਾ ਰਹੀ ਹੈ। ਸੋ ਇਹ ਅੱਜ ਅਸੀਂ ਬੜੇ ਸਾਵਧਾਨ ਹੋ ਕੇ ਧਿਆਨ ਦੇ ਨਾਲ ਹੁਣ ਆਪਣੇ ਮਨ ਦੇ ਜਿਹੜੇ ਵਿਚਾਰ ਚੱਲਦੇ ਨੇ ਜਾਂ ਜਿਹੜੇ ਸ਼ਬਦਾਂ ਨੂੰ ਅਸੀਂ ਬਾਰ-ਬਾਰ ਬੋਲਦੇ ਰਹਿੰਦੇ, ਉਹਨਾਂ ਤੇ ਅਸੀਂ ਧਿਆਨ ਦੇਣਾ। ਸੋ ਇਹ ਕਿਹੜੇ-ਕਿਹੜੇ ਟਾਈਮ ਜਿਹੜਾ ਆ ਸਾਡੇ ਸਬਕੌਂਸ਼ੀਅਸ ਮਾਈਂਡ ਤੱਕ ਸਾਡੇ ਮੈਸੇਜ ਪਹੁੰਚ ਸਕਦੇ ਨੇ, ਜਦੋਂ ਸਾਡਾ ਜਿਹੜਾ ਪਹਿਰੇਦਾਰ ਆ ਉਹ ਕਮਜ਼ੋਰ ਪੈ ਜਾਵੇ। ਜਿਹੜਾ ਕੌਂਸ਼ੀਅਸ ਮਾਈਂਡ ਆ, ਲੌਜੀਕਲ ਮਾਈਂਡ ਆ, ਉਹ ਕਮਜ਼ੋਰ ਕਦੋਂ ਪੈਂਦਾ ਹੈ ਕਮਜ਼ੋਰ? ਇੱਕ ਤਾਂ ਰਾਤ ਨੂੰ ਸੌਣ ਵਕਤ, ਬਿਲਕੁਲ ਪਹਿਲਾਂ, ਜਦੋਂ ਨੀਂਦ ਆ ਰਹੀ ਆ ਪਰ ਹਲੇ ਅਸੀਂ ਸੁੱਤੇ ਨਹੀਂ, ਉਸ ਵਕਤ ਸਾਡਾ ਜਿਹੜਾ ਤਰਕ ਕਰਨ ਵਾਲਾ ਮਨ ਹੈ ਨਾ, ਇਹ ਢਿੱਲਾ ਪੈ ਜਾਂਦਾ, ਇਹ ਉਂਗਣ ਲੱਗ ਜਾਂਦਾ। ਮਤਲਬ ਤਾਂ ਸਾਡਾ ਸਬਕੌਂਸ਼ੀਅਸ ਮਾਈਂਡ ਤੱਕ ਅਸੀਂ ਉਦੋਂ ਜੋ ਮੈਸੇਜ ਪਹੁੰਚਾ ਦਈਏ ਰਾਤ ਨੂੰ ਸੌਣ ਵੇਲੇ, ਉਹ ਸਾਡੀ ਜ਼ਿੰਦਗੀ ਦੀ ਹਕੀਕਤ ਹੋ ਕੇ ਹੀ ਰਹੇਗਾ। ਉਹ ਕਿੰਨੀ ਸੌਖੀ ਗੱਲ ਆ ਉਦੋਂ, ਪਰ ਉਦੋਂ ਸਾਡਾ ਮਨ ਇੰਨਾ ਘਿਰਿਆ ਹੁੰਦਾ ਸਾਰੇ ਦਿਨ ਭਰ ਦੀਆਂ ਗੱਲਾਂ ਦੇ ਵਿੱਚ, ਤਾਂ ਅਸੀਂ ਉਹ ਭੁੱਲ ਹੀ ਜਾਂਦੇ ਹਾਂ ਕਿ ਉਸ ਮੈਸੇਜ ਦੇ ਵਿੱਚ ਅਸੀਂ ਸੌਣਾ ਉਹਦੇ ਵਿੱਚ ਹੈ। ਸੋ ਆਪਾਂ ਗੁਰਬਾਣੀ ਦੀਆਂ ਵਿਚਾਰਾਂ ਕਰਾਂਗੇ, ਪਹਿਲਾਂ ਸਿਰਫ ਅਸੀਂ ਇਹਨੂੰ ਸਮਝ ਲਈਏ। ਤੇ ਦੂਸਰਾ, ਜਦੋਂ ਅਸੀਂ ਰਾਤ ਨੂੰ ਸੌ ਕੇ ਸਵੇਰ ਨੂੰ ਜਾਗਣ ਦੀ ਜਿਹੜੀ ਅਵਸਥਾ ਹੁੰਦੀ, ਹਾਲੇ ਬੈੱਡ ਨਹੀਂ ਛੱਡਿਆ, ਵਾਸ਼ਰੂਮ ਨਹੀਂ ਗਏ, ਬਿਲਕੁਲ ਉਸ ਵਕਤ ਉਦੋਂ ਜੋ ਮੈਸੇਜ ਦੇ ਦਿਓ, ਉਹ ਵੀ ਸਾਡੇ ਸਬਕੌਂਸ਼ੀਅਸ ਮਾਈਂਡ ਜਾਏਗਾ, ਸਬਕੌਂਸ਼ੀਅਸ ਮਾਈਂਡ ਦੇ ਵਿੱਚ, ਔਰ ਸਾਡੀ ਜ਼ਿੰਦਗੀ ਦੀ ਹਕੀਕਤ ਬਣ ਕੇ ਹੀ ਰਹੇਗੀ। 2 ਟਾਈਮ ਤਾਂ ਇਹ ਹੋ ਗਿਆ ਸਿੱਧੇ ਸਿੱਧੇ। ਤੀਸਰਾ, ਮੈਡੀਟੇਸ਼ਨ, ਬੰਦਗੀ, ਔਰ ਇਹ ਸਭ ਤੋਂ ਪਾਵਰਫੁਲ ਟੂਲ ਆ ਬੰਦਗੀ, ਕਿਉਂਕਿ ਇੱਕ ਤਾਂ ਬੰਦਗੀ ਵਿੱਚ ਸਾਰੀ ਜਿਹੜੀ ਪੋਜ਼ਿਟਿਵਿਟੀ ਆ, ਸਾਰਾ ਉਸ ਪਰਮਾਤਮਾ ਦੇ ਨਾਲ ਅਸੀਂ ਜੁੜ ਰਹੇ ਹੁੰਦੇ। ਉਹ ਅਲੱਗ ਗੱਲ ਆ ਕਿ ਬੰਦਗੀ ਕਰਦਿਆਂ ਸਾਡਾ ਮਨ ਪਤਾ ਨਹੀਂ ਕਿੱਥੇ ਭੱਜਿਆ ਹੁੰਦਾ। ਫਿਰ ਇੱਥੋਂ ਤੱਕ ਵੀ ਰਿਸਰਚਸ ਹੋ ਗਈਆਂ, ਚਲੋ ਮਨ ਚਾਹੇ ਭੱਜੀ ਜਾ ਰਿਹਾ, ਫਿਰ ਵੀ ਉਦੋਂ ਇੰਨੀ ਕਿ ਜ਼ਿਆਦਾ ਹਾਇਰ ਫ੍ਰੀਕੁਐਂਸੀ ਪੈਦਾ ਹੋ ਜਾਂਦੀ ਬੰਦਗੀ ਕਰਨ ਦੇ ਨਾਲ। ਜੋ ਤੁਸੀਂ ਬੋਲ ਕੇ ਬਾਣੀ ਪੜ੍ਹਦੇ ਹੋ, ਨਾਮ ਜਪਦੇ ਹੋ, ਚਾਹੇ ਕੀਰਤਨ ਕਰਦੇ ਹੋ, ਸ਼ਬਦ ਗਾਇਨ ਕਰਦੇ ਹੋ, ਇੰਨੀ ਜ਼ਿਆਦਾ ਪੋਜ਼ਿਟਿਵ ਉਹ ਇਹੋ ਫ੍ਰੀਕੁਐਂਸੀ, ਇੰਨੀ ਜ਼ਿਆਦਾ ਉਹਦਾ ਹੋ ਜਾਂਦਾ ਕਿ ਉਸ ਵਕਤ ਵੀ ਜਿਹੜਾ ਤੁਸੀਂ, ਉਹ ਤੋਂ ਬਾਅਦ ਵੀ ਜਿਹੜਾ ਤੁਸੀਂ ਵਿਚਾਰ ਦੇ ਦਿੰਦੇ ਹੋ। ਮਤਲਬ ਜਿਵੇਂ ਅਸੀਂ ਪਾਠ ਕਰਕੇ ਅਰਦਾਸ ਕਰੀ ਦੀ ਹੈ, ਬਣੀ ਆ ਨਾ ਮਰਿਆ ਦੀ ਸਿੱਖ ਧਰਮ ਦੇ ਵਿੱਚ, ਤਾਂ ਬਣੀ ਆ ਵੀ ਪਾਠ ਕਰਕੇ ਅਰਦਾਸ ਜ਼ਰੂਰ ਕਰਨੀ। ਉਹ ਜਿਹੜਾ ਮੈਸੇਜ ਅਰਦਾਸ ਦੇ ਥਰੂ ਦੇ ਦਿੰਦੇ ਆ, ਉਹ ਵੀ ਸਾਡਾ ਉਹ ਤੇ ਉਹ ਕੰਮ ਹੋ ਕੇ ਹੀ ਰਹਿੰਦਾ ਫਿਰ। ਪਰ ਉਦੋਂ ਫਿਰ ਪੂਰਾ ਉਹ ਵਿਸ਼ਵਾਸ ਦੇ ਨਾਲ, ਇਹ ਨਾਲ ਵਿਸ਼ਵਾਸ ਜ਼ਰੂਰੀ ਹੈ। ਅਸੀਂ ਅਰਦਾਸ ਕੀਤੀ, ਵਾਹਿਗੁਰੂ ਜੀ ਨੇ ਸਾਡੀ ਸੁਣੀ, ਤਾਂ ਇਹ ਸਾਡਾ ਜਿਹੜਾ ਇਹ ਪੂਰਨ ਕਰਨ ਹੋਰ ਹੀ ਵਾਹਿਗੁਰੂ ਜੀ ਨੇ ਕਰ ਦਿੱਤੀ ਹੈ। ਇਵੇਂ ਹੋਰ ਕਿਹੜਾ ਟਾਈਮ ਹੋ ਸਕਦਾ? ਇੱਕ ਜਦੋਂ ਤੁਸੀਂ ਬਹੁਤ ਹੀ ਥੱਕ ਜਾਓ, ਉਦੋਂ ਮਨ ਵੀ ਥੱਕ ਜਾਂਦਾ, ਉਹ ਕਹਿੰਦਾ ਹੁਣ ਮੈਨੂੰ ਬੈਠ ਲੈਣ ਦਿਓ ਥੋੜੇ ਜਿਹੇ, ਉਸ ਵਕਤ ਵੀ ਜਿਹੜਾ ਮੈਸੇਜ ਦਓਗੇ ਉਹ ਵੀ ਅੰਦਰ ਜਾਵੇਗਾ। ਔਰ ਇੱਕ ਜਦੋਂ ਬਿਲਕੁਲ ਰਿਲੈਕਸ ਹੈ, ਉਸ ਵਕਤ ਵੀ ਮੈਸੇਜ ਜਾਂਦਾ। ਮਤਲਬ
ਇਹ ਬਾਹਰਲੀ ਜਿਹੜੀ ਇਹਦੇ ਭਟਕ ਰਿਹਾ ਨਾ ਮਨ, ਇਹ ਜਦੋਂ ਸ਼ਾਂਤ ਹੋ ਜਾਂਦਾ ਹੈ, ਉਦੋਂ ਸਾਡਾ ਅੰਤਰ ਮਨ ਦੇ ਨਾਲ ਕਨੈਕਸ਼ਨ ਜੁੜਦਾ, ਉਦੋਂ ਜੋ ਮੈਸੇਜ ਅਸੀਂ ਪਾਉਂਦੇ ਆ ਉਹਦੇ ਵਿੱਚ ਜਾਂਦਾ ਹੈ। ਬੜੀਆਂ ਟੈਕਨੀਕਸ ਖੋਜੀਆਂ ਦੁਨੀਆ ਨੇ, ਬਹੁਤ ਜ਼ਿਆਦਾ ਖੋਜੀਆਂ। ਯੋਗ ਨਿਦਰਾ ਸਪੈਸ਼ਲ ਦਿਨ ਵਿੱਚ ਲਿਟ ਕੇ ਤੁਸੀਂ ਪੂਰੀ ਬਾਡੀ ਨੂੰ ਰਿਲੈਕਸ ਕਰਕੇ ਉਦੋਂ ਮੈਸੇਜ ਦੇ ਦੇਣਾ। ਤੇ ਉਹ ਤਾਂ ਰਾਤ ਨੂੰ ਸੌਣ ਵੇਲੇ ਹਮੇਸ਼ਾ ਹੀ ਸਾਡੇ ਸਾਰਿਆਂ ਕੋਲ ਟਾਈਮ ਹੁੰਦਾ, ਉਦੋਂ ਅਸੀਂ ਬਾਡੀ ਨੂੰ ਪੂਰਾ ਰਿਲੈਕਸ ਕਰਕੇ ਉਦੋਂ ਮਰਿਆਦਾ ਹੀ ਸਾਡੀ ਤਾਂ ਬਣੀ ਹੋਈ ਕੀਰਤਨ 16 ਦੀ ਬਾਣੀ ਪੜ੍ਹਦੀ, ਵਾਹਿਗੁਰੂ ਵਾਹਿਗੁਰੂ ਕਰਦਿਆਂ ਸੌ ਜਾਣਾ। ਪਰ ਕਈ ਵਾਰ ਬਾਣੀ ਪੜ੍ਹੀ, ਵਾਹਿਗੁਰੂ ਕਰਦਿਆਂ ਸੌਂਦਿਆਂ ਅਸੀਂ ਇਹੀ ਸੋਚਦੇ ਹਾਂ ਵੀ ਮੰਨ ਲਓ ਕਿਸੇ ਦਾ ਬਿਜ਼ਨਸ ਨਹੀਂ ਚੱਲ ਰਿਹਾ ਜਾਂ ਜੌਬ ਛੁੱਟ ਗਈ ਜਾਂ ਕੋਈ ਵੀ ਜਿਹੜੇ ਵੀ ਇਹੋ ਜਿਹੀ ਗੱਲ ਆ, ਅਸੀਂ ਉਹਦੇ ਵਿੱਚ ਹੀ ਸੌ ਜਾਂਦੇ ਹਾਂ। ਫਿਰ ਮੈਸੇਜ ਹੋਰ ਅੰਦਰ ਕੀ ਪਹੁੰਚ ਗਿਆ, ਸਾਡੇ ਅੰਦਰ ਨੈਗੇਟਿਵ ਪਹੁੰਚ ਗਿਆ। ਸੋ ਮੈਸੇਜ ਉਸ ਵਕਤ ਕੀ ਪਹੁੰਚਾਉਣਾ, ਉਸ ਵਕਤ ਇਹ ਸੁਨੇਹਾ ਦੇਣਾ, ਵਾਹਿਗੁਰੂ ਜੀ ਬਸ ਸਾਰੀਆਂ ਬਰਕਤਾਂ ਲੈ ਆਏ ਸਾਡੇ ਘਰ ਵਿੱਚ, ਜੋ ਵੀ ਤੁਹਾਨੂੰ ਚਾਹੀਦਾ। ਸੰਸਾਰਿਕ ਅਗਰ ਕੋਈ ਕਮੀ, ਉਹਦਾ ਪੋਜ਼ਿਟਿਵ ਬੋਲੋ, ਔਰ ਰੂਹਾਨੀਅਤ ਵਾਲੇ ਤਾਂ ਉਹਦੇ ਪ੍ਰੇਮ ਵਿੱਚ ਹੀ ਜੁੜ ਕੇ ਸੌਣ। ਜਿਨ੍ਹਾਂ ਕੋਲ ਵਾਹਿਗੁਰੂ ਨੇ ਖਾਣ ਨੂੰ ਰੋਟੀ ਦਿੱਤੀ, ਛੱਤ ਦਿੱਤੀ, ਜੌਬ ਹੈਗੀ ਜਾਂ ਬਿਜ਼ਨਸ ਚੱਲ ਰਿਹਾ, ਠੀਕ ਹੈ, ਉਹ ਹੁਣ ਪੈਸਾ ਪੈਸਾ ਨਾ ਕਰਦੇ ਰਹੋ। ਇਹ ਸਿਰਫ ਸਾਡੇ ਵਰਤਣ ਦੇ ਲਈ ਆ, ਸਾਡੇ ਜੀਵਨ ਦਾ ਪਰਪਸ ਕੋਈ ਹੋ ਰਿਹਾ, ਇਹਨੂੰ ਹਮੇਸ਼ਾ ਹੀ ਅਸੀਂ ਯਾਦ ਰੱਖੀਏ। ਇਹ ਸਾਰਾ ਕੁਝ ਇੱਕ ਨਾ ਇੱਕ ਦਿਨ ਛੱਡ ਕੇ ਅਸੀਂ ਜਾਣਾ ਹੀ ਆ ਸਾਰਿਆਂ ਨੇ, ਤੇ ਜਿੱਥੇ ਜਾਣਾ ਉਹ ਤਿਆਰੀ ਅਸੀਂ ਕਰਕੇ ਰਹੀਏ। ਉਹ ਹੈ ਨਾਮ। ਨਾਮ ਬਹੁਤ ਜ਼ਰੂਰੀ ਹੈ ਸੰਗਤ ਜੀ। ਇਹ ਹੋਰਾ ਕਿਨੋ ਦਾਨ, ਨਾਨਕ ਹੈ ਕਰ ਕੇਵਲ ਨਾਮ। ਜਿੰਨਾ ਵੱਧ ਤੋਂ ਵੱਧ ਅਸੀਂ ਜਪ ਸਕਦੇ ਹਾਂ, ਔਰ ਫਿਰ ਪਰਮਾਤਮਾ ਦੀ ਯਾਦ ਵਿੱਚ ਰਹਿ ਸਕਦੇ ਹਾਂ, ਕੰਮ ਕਰਦੇ ਹਾਂ, ਖਾਣਾ ਬਣਾਉਂਦੇ ਹਾਂ, ਸੈਰ ਕਰਦੇ ਹਾਂ, ਕੁਛ ਵੀ ਜਿਵੇਂ ਵੀ ਤੁਹਾਡਾ ਜੋ ਆਪਣੀ ਰੂਟੀਨ ਹੋਵੇ ਸਭ ਦੀ। ਸੋ ਇੱਕ ਤਾਂ ਹੁੰਦਾ ਅਸੀਂ ਬੋਲ ਬੋਲ ਕੇ ਕਰ ਰਹੇ ਹਾਂ, ਬਹੁਤ ਅੱਛੀ ਗੱਲ ਹੈ। ਇੱਕ ਹੁੰਦਾ ਫਿਰ ਉਹਨੂੰ ਫੀਲ ਕਰਨਾ, ਉਹਨੂੰ ਅਨੁਭਵ ਕਰਨਾ, ਉਸ ਉਹਦੇ ਪ੍ਰੇਮ ਵਿੱਚ, ਉਹਦੀ ਯਾਦ ਵਿੱਚ ਇੰਜੋਏ ਕਰਨਾ, ਇਹ ਬਹੁਤ ਜ਼ਰੂਰੀ ਹੈ। ਇਹ ਸੁਖਮਨੀ ਸਾਹਿਬ ਦੀ ਬਾਣੀ ਸਾਨੂੰ ਇਹੀ ਸਿਖਾਉਂਦੀ ਆ, ਜਿਹੜਾ ਸਿਮਰਨ ਆ, ਜਿਹੜਾ ਯਾਦ ਆ। ਫਿਰ ਉਹ ਤੁਸੀਂ ਪੜ੍ਹਿਓ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ, ਅੱਜ ਸਾਰੇ ਜਾਣੇ ਪ੍ਰੇਮ ਦੇ ਨਾਲ ਪੜ੍ਹਿਓ, ਔਰ ਦੇਖੋ ਕਿੰਨੀਆਂ ਪੋਜ਼ਿਟਿਵ ਅਫਰਮੇਸ਼ਨਸ ਨੇ ਉਹਦੇ ਵਿੱਚ, ਕਿਆ ਭਾਗ ਲੱਗਦੇ ਨੇ ਉਹਦੇ ਵਿੱਚ। ਪਹਿਲੀ ਪੌੜੀ ਪੜ੍ਹ ਲਓ ਵੀ ਅੱਛਾ, ਨਾਮ ਦੀ ਆ ਵੀ ਤਾਕਤ, ਆ ਵੀ ਤਾਕਤ, ਪਰਮਾਤਮਾ ਦੀ ਯਾਦ ਦੀ ਆ ਵੀ ਤਾਕਤ, ਆ ਵੀ ਤਾਕਤ। ਇਸ ਕਰਕੇ ਸਾਡੇ ਸਾਰੇ ਘਰਾਂ 'ਚ ਤਕਰੀਬਨ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਦੇ ਨੇ, ਸਾਡੇ ਮੀਨਸ ਆਪਣੇ ਸਾਰੇ ਸਿੱਖ ਪਰਿਵਾਰਾਂ ਦੇ ਵਿੱਚ ਜ਼ਿਆਦਾਤਰ। ਸੋ ਉਹ ਕਰਕੇ ਉਹ ਜਦੋਂ ਜਿਹਨੂੰ ਪਹਿਲੀ ਪੌੜੀ ਨੂੰ ਜਿਹੜਾ ਧਿਆਨ ਦੇ ਨਾਲ ਅਸੀਂ ਪੜ੍ਹ ਲਈਏ ਨਾ, ਐਨ ਉਹਦੇ ਵਿੱਚ ਡੁੱਬ ਡੁੱਬ ਕੇ, ਤਾਂ ਫਿਰ ਕਿਹੋ ਜਿਹਾ ਮਨੋਬਲ ਸਾਡਾ ਰਹੇਗਾ। ਭਾਈ ਗੁਰੂ ਦੀ ਬਾਣੀ ਦਾ ਓਟ ਆਸਰਾ ਲਿਆ ਤਾਂ ਆ ਤਾਂ ਬਰਕਤਾਂ ਸਾਡੇ ਜੀਵਨ ਵਿੱਚ ਹੈ ਹੀ ਹੈ। ਪ੍ਰਭ ਕੈ ਸਿਮਰਨ, ਗਿਆਨ, ਧਿਆਨ, ਤਤ ਬੁੱਧ, ਜੋ ਜਿਹਨੂੰ ਚਾਹੀਦਾ ਉਸ ਪੰਕਤੀ ਦੇ ਉੱਤੇ ਵਿਸ਼ਵਾਸ ਤਾਂ ਸਾਰੀ ਤੇ ਕਰੋ। ਪਰ ਜਿਹਨੂੰ ਗਿਆਨ ਚਾਹੀਦਾ, ਸੱਚਾ ਗਿਆਨ, ਉਹ ਕਹੇ ਬਾਣੀ ਪੜ੍ਹੀ, ਨਾਮ ਜਪਿਆ, ਵੀ ਹੁਣ ਗਿਆਨ ਜਾਗਰਤ ਗੁਰੂ ਮਹਾਰਾਜ ਨੇ ਕਰਨਾ। ਬਾਣੀ ਜਦ ਗੱਲ ਹੋ ਗਈ, ਬਾਣੀ ਨੇ ਸਟੈਂਪ ਲਗਾ ਦਿੱਤੀ ਵੀ ਆਹ ਫਲ ਹੈ, ਆਹ ਫਲ ਹੈ ਨਾਮ ਦੇ ਵਿੱਚ। ਭਰੋਸਾ ਰੱਖੀਏ। ਸਵੇਰੇ ਵੀ ਨਿਤਨੇਮ ਕੀਤਾ ਤਾਂ ਹੁਣ ਭਰੋਸਾ ਰੱਖੀਏ ਵੀ ਗੁਰੂ ਮਹਾਰਾਜ ਦੀ ਬਾਣੀ ਦਾ ਓਟ ਆਸਰਾ ਲਿਆ, ਸਾਰਾ ਦਿਨ ਪਰਮਾਤਮਾ ਸਾਡੇ ਨਾਲ ਆ। ਚੰਗੀ ਸੋਚ ਰੱਖਾਂਗੇ, ਚੰਗੇ ਕਰਮ ਹੋਣਗੇ, ਦੂਜੇ ਲਈ ਵੀ ਚੰਗਾ ਬੋਲੋ ਸੰਗਤ ਜੀ। ਮਨ ਵਿੱਚ ਅਗਰ ਕਿਸੇ ਦਾ ਵੀ ਬੁਰਾ ਸਾਡੇ ਚੱਲ ਰਿਹਾ, ਚਾਹੇ ਨੈਗੇਟਿਵਿਟੀ ਕਿਸੇ ਦੇ ਲਈ ਵੀ ਚੱਲ ਰਹੀ ਹੈ, ਉਹਦਾ ਨਹੀਂ ਨੁਕਸਾਨ ਹੋ ਰਿਹਾ ਸਾਡੇ ਥਰੂ, ਸਾਡਾ ਹੀ ਹੋ ਰਿਹਾ, ਕਿਉਂਕਿ ਅਸੀਂ ਆਪਣੇ ਵੱਲ ਨੂੰ ਅਟਰੈਕਟ ਕਰ ਰਹੇ ਹਾਂ। ਤਾਂ ਹਮਾਰੇ ਨੇ ਬਾਣੀ ਵਿੱਚ ਕਿਹਾ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਨੀਤ। ਸੋ ਉਹ ਦੇਖੋ ਮਨ ਵਿੱਚ ਕਿੰਨੀ ਕਿਸੇ ਦੇ ਨੈਗੇਟਿਵਿਟੀ ਆ ਜਾਂਦੀ ਹੈ। ਹੁਣ ਕੋਈ ਗੱਲ ਨਹੀਂ, ਅੱਜ ਤੱਕ ਆ ਗਈ ਸੋ ਆ ਗਈ, ਹਾਲੇ ਵੀ ਕੁਛ ਨਹੀਂ ਵਿਗੜਿਆ। ਹੁਣ ਕੀ ਹੋਏਗਾ? ਭਲਾ ਮੰਗਾਂਗੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਤੂੰ ਬੁਰੇ ਦਾ ਵੀ ਭਲਾ ਕਰਨਾ ਸ਼ੁਰੂ ਕਰ, ਤੇਰੀ ਦੇਹ ਨੂੰ ਰੋਗ ਵੀ ਨਹੀਂ ਲੱਗਣਗੇ, ਔਰ ਤੂੰ ਪਰਮਾਤਮਾ ਨੂੰ ਪਾ ਲਏਗਾ। ਸਭ ਕੁਝ ਉਹੀ ਹੈ ਪਰਮਾਤਮਾ, ਤੂੰ ਉਹਨੂੰ ਪਾ ਲਏਗਾ। ਆਪਣੀ ਸੋਚ ਬਦਲੀਏ। ਸਾਨੂੰ ਲੱਗਦਾ ਅਸੀਂ ਦੂਸਰੇ ਲਈ ਬੁਰਾ ਸੋਚ ਰਹੇ ਹਾਂ, ਨਹੀਂ, ਉਹ ਸਾਡੇ ਅਸੀਂ ਆਪਣੇ ਲਈ ਅਟਰੈਕਟ ਕਰ ਰਹੇ ਹਾਂ, ਸਾਡਾ ਸਿਸਟਮ ਸਾਡੇ ਤੇ ਕੰਮ ਕਰ ਰਿਹਾ। ਇਹ ਅਸੀਂ ਧਿਆਨ ਰੱਖਣਾ। ਨਾਮ ਜਪਣ ਦੀਆਂ ਕਿੰਨੀਆਂ ਤਾਕਤਾਂ, ਕਿੰਨੀਆਂ ਬਰਕਤਾਂ ਬਾਣੀ ਵਿੱਚ। ਬਾਣੀ ਨੂੰ ਪੜ੍ਹੀਏ ਔਰ ਕੋਈ ਵੀ ਇੱਕ ਪੰਕਤੀ ਲੈ ਕੇ ਉਹਨੂੰ ਗੁਣਗੁਣਾਓ, ਉਹ ਵਿਸ਼ਵਾਸ ਬਣ ਜਾਏਗਾ। ਕਿਉਂਕਿ ਪੋਜ਼ਿਟਿਵ ਅਫਰਮੇਸ਼ਨਸ ਤੇ ਜਿਨ੍ਹਾਂ ਨੇ ਕੰਮ ਕੀਤਾ, ਕਮਾਲ ਕਰ ਦਿੱਤੀ ਸੰਗਤ ਜੀ। ਆ ਯੂਨੀਵਰਸਿਟੀ, ਕਾਰਨੇਜ ਮੈਲਨ ਯੂਨੀਵਰਸਿਟੀ ਆਫ ਅਮਰੀਕਾ,
ਇਹਨਾਂ ਨੇ ਸਟੂਡੈਂਟਸ ਤੇ ਹੀ ਕੰਮ ਕੀਤਾ, ਕਿਉਂਕਿ ਯੂਨੀਵਰਸਿਟੀ ਸਟੂਡੈਂਟਸ ਹੁੰਦੇ ਨੇ। ਇਹਨਾਂ ਨੇ 3 ਗਰੁੱਪ ਬਣਾਏ, ਸੋ ਆਪਾਂ A B C 3 ਗਰੁੱਪ ਲਾ ਲਈਏ। ਇੱਕ ਉਹ ਸਨ ਕਿ ਜਿਨ੍ਹਾਂ ਦੇ ਕੋਲ ਬਹੁਤ ਘੱਟ ਸਟ੍ਰੈਸ ਸੀ, ਮਤਲਬ ਥੋੜੇ ਅਸ਼ਾਂਤ ਸੀਗੇ। ਇੱਕ ਸੀਗੇ ਉਹਨਾਂ ਤੋਂ ਜ਼ਿਆਦਾ ਸਟ੍ਰੈਸ ਸੀਗਾ, ਇੱਕ ਸੀਗੇ ਕਿ ਬਹੁਤ ਹੀ ਜ਼ਿਆਦਾ ਉਹਨਾਂ ਦਾ ਸਟ੍ਰੈਸ ਸੀਗਾ। ਤਿੰਨਾਂ ਨੂੰ ਇੱਕ ਉਹਨਾਂ ਨੇ ਕੋਈ ਪ੍ਰੋਬਲਮ ਦਿੱਤੀ ਸੋਲਵ ਕਰਨ ਲਈ, ਕੁਛ ਦਿੱਤੀਆਂ ਵੀ ਇਹ ਸੋਲਵ ਕਰੋ। ਤਾਂ ਉਹਨਾਂ ਨੇ ਦੇਖਿਆ ਕਿ ਜਿਨ੍ਹਾਂ ਕੋਲ ਸਟ੍ਰੈਸ ਬਹੁਤ ਘੱਟ ਸੀ, ਉਹਨਾਂ ਦੇ 90% ਜਿਹੜੇ ਆ ਉਹਨਾਂ ਨੇ ਠੀਕ ਸੋਲਵ ਕੀਤਾ, ਜੋ ਵੀ ਪ੍ਰੋਬਲਮਸ ਦਿੱਤੀਆਂ ਸੀ, ਕੁਐਸਚਨ ਜੋ ਵੀ ਦਿੱਤੇ ਹੋਣਗੇ। ਤੇ ਜਿਹੜੇ ਠੀਕ ਸੀਗੇ, ਮਤਲਬ ਉਹਨਾਂ ਨੂੰ ਇਹ ਵਾਲੇ ਤਾਂ ਠੀਕ ਸੀਗੇ, ਬਹੁਤ ਘੱਟ ਸਟ੍ਰੈਸ। ਜਿਨ੍ਹਾਂ ਨੂੰ ਥੋੜਾ ਜਿਹਾ ਜ਼ਿਆਦਾ ਸੀਗਾ, ਉਹ ਪ੍ਰੋਬਲਮਸ ਘੱਟ ਸੋਲਵ ਕਰ ਪਾਏ, ਔਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਸੀਗਾ, ਉਹਨਾਂ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਖਰਾਬ ਸੀ। ਫਿਰ ਇਹਨਾਂ ਨੇ ਕੀ ਕੀਤਾ, ਉਹ ਜਿਨ੍ਹਾਂ ਨੂੰ ਕਿ ਬਹੁਤ ਹੀ ਜ਼ਿਆਦਾ ਸਟ੍ਰੈਸ ਸੀਗਾ, ਜਿਨ੍ਹਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਖਰਾਬ ਸੀ, ਜਿਨ੍ਹਾਂ ਦੀ ਡਿਸੀਜ਼ਨ ਲੈਣ ਦੀ ਵੀ ਜਿਹੜੀ ਕਹਿ ਲਓ ਐਬਿਲਿਟੀ ਨਹੀਂ ਸੀ, ਇੱਦਾਂ ਦਾ ਉਹ ਇੰਨਾ ਜ਼ਿਆਦਾ ਸਟ੍ਰੈਸ ਸੀਗਾ, ਉਹਨਾਂ ਨੂੰ ਫਿਰ ਇਹਨਾਂ ਨੇ ਪੋਜ਼ਿਟਿਵ ਅਫਰਮੇਸ਼ਨਸ ਦੇ ਉੱਤੇ ਕੰਮ ਕਰਵਾਇਆ, ਪ੍ਰੈਕਟੀਕਲ ਸਟੂਡੈਂਟਸ। ਦੂਜਿਆਂ ਤੋਂ ਉਹਨਾਂ ਨੂੰ ਨਹੀਂ ਕਰਾਇਆ, ਸਿਰਫ ਉਹਨਾਂ ਨੂੰ ਲਿਆ ਕੇ ਉਹਨਾਂ ਤੇ ਜਦੋਂ ਇਹਨਾਂ ਨੇ ਕੰਮ ਕੀਤਾ, ਔਰ ਕਿੰਨੇ ਸਾਲ ਕੀਤਾ, ਪਹਿਲਾਂ ਇੱਕ ਗਰੁੱਪ, ਫਿਰ 2, ਇਸ ਤਰ੍ਹਾਂ ਕਰ ਕਰਕੇ ਫਿਰ ਜੋ ਉਹਨਾਂ ਨੇ ਆਪਣੇ ਰਿਜ਼ਲਟਸ ਦਿੱਤੇ, ਉਹ ਕਹਿੰਦੇ ਇਹ ਤਾਂ ਕਮਾਲ ਹੋ ਗਈ। ਉਹ ਜਿਨ੍ਹਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਖਰਾਬ ਆ ਰਿਹਾ ਸੀ, ਪ੍ਰੋਬਲਮ ਫਿਰ ਹੋਰ ਕੁਐਸਚਨਸ ਦੇ ਕੇ ਮਤਲਬ ਉਹਨਾਂ ਨੂੰ ਸੋਲਵ ਕਰਨ ਲਈ ਦਿੱਤੇ ਗਏ, ਤਿੰਨਾਂ ਗਰੁੱਪਸ ਨੂੰ ਦਿੱਤੇ ਗਏ। ਲੇਕਿਨ ਜਿਨ੍ਹਾਂ ਦਾ ਜ਼ਿਆਦਾ ਰਿਜ਼ਲਟ ਖਰਾਬ ਆ ਰਿਹਾ ਸੀ, ਉਹ ਕਿਉਂਕਿ ਪੋਜ਼ਿਟਿਵ ਅਫਰਮੇਸ਼ਨਸ ਤੇ ਕੰਮ ਕਰ ਰਹੇ ਸਨ, ਉਹਨਾਂ ਦਾ ਰਿਜ਼ਲਟ ਉਹਨਾਂ ਦੇ ਬਰਾਬਰ ਆ ਗਿਆ, ਜਿਹੜੇ ਕਿ ਬਹੁਤ ਘੱਟ ਸਟ੍ਰੈਸ ਵਾਲੇ ਸੀ, ਜਿਨ੍ਹਾਂ ਦਾ 90% ਰਿਜ਼ਲਟ ਸੀਗਾ, ਇੰਨਾ ਜ਼ਿਆਦਾ। ਸੋ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਬੈਨੀਫਿਟ ਦੱਸੇ ਨੇ, ਜਿਹੜੇ ਪੋਜ਼ਿਟਿਵ ਅਫਰਮੇਸ਼ਨਸ ਦੇ, ਵੀ ਤੁਹਾਡਾ ਸਟ੍ਰੈਸ ਜਿਹੜਾ ਆ, ਇਹ ਅਗਰ ਜ਼ਿੰਦਗੀ 'ਚੋਂ ਸਟ੍ਰੈਸ ਹੀ ਦੂਰ ਹੋ ਜਾਵੇ, ਇਹੀ ਤਾਂ ਸਾਰੀਆਂ ਬਿਮਾਰੀਆਂ ਦੀ ਜੜ ਕੀ ਹੈ, ਸਟ੍ਰੈਸ। ਸਾਰੀਆਂ ਬਿਮਾਰੀਆਂ ਦੀ ਇਹ ਜੜ ਹੈ, ਚਾਹੇ ਫਿਜ਼ੀਕਲੀ ਚਾਹੇ ਮੈਂਟਲੀ। 90% ਤੋਂ ਵੀ ਜ਼ਿਆਦਾ ਬਿਮਾਰੀਆਂ ਦੀ ਜੜ ਸਟ੍ਰੈਸ ਹੈ। ਸੋ ਤਨ ਵੀ ਮਨ ਵੀ ਜਿਹੜਾ ਸਵਸਥ ਹੋਣਾ ਸ਼ੁਰੂ ਹੋ ਜਾਂਦਾ। ਉਹਨਾਂ ਨੇ ਕਿਹਾ ਉਹਨਾਂ ਦੀ ਲਾਈਫ ਦੀ ਕੁਆਲਿਟੀ ਹੀ ਬਦਲ ਗਈ, ਪੋਜ਼ਿਟਿਵ ਅਫਰਮੇਸ਼ਨ। ਪਰ ਕਿੰਨਾ ਟਾਈਮ ਉਹਨਾਂ ਨੂੰ ਕਰਵਾਇਆ ਗਿਆ? 1 ਸਾਲ, ਕਿਉਂਕਿ ਬਹੁਤ ਜ਼ਿਆਦਾ ਉਸ ਹੱਦ ਤੇ ਸੀ ਵੀ ਉਹ ਡਿਪਰੈਸ਼ਨ 'ਚ ਜਾਣ ਵਾਲੇ ਸੀ। 1 ਸਾਲ ਉਹਨਾਂ ਨੂੰ ਉਹ ਕੰਮ ਕਰਵਾਉਂਦੇ ਰਹੇ, ਤਾਂ ਉਹਨਾਂ ਦਾ ਫਿਰ ਬਾਅਦ ਵਿੱਚ ਵੀ ਉਹਨਾਂ ਦੇ ਉੱਤੇ ਕੰਮ ਕਰਦੇ ਰਹੇ, ਪਰ 1 ਸਾਲ ਤਾਂ ਲਗਾਤਾਰ ਉਹਨਾਂ ਨੂੰ ਜਿਵੇਂ ਹੋਮਵਰਕ ਦੀ ਤਰ੍ਹਾਂ ਇਹ ਦਿੰਦੇ ਰਹੇ। ਇਵੇਂ ਹੋਰ ਬੜੀਆਂ ਰਿਸਰਚਰਸ ਨੇ ਸੰਗਤ ਜੀ, ਬੇਅੰਤ ਨੇ, ਜਿਨ੍ਹਾਂ ਨੇ ਇਹਦੇ ਉੱਤੇ ਕੰਮ ਕੀਤਾ। ਸੋ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਜਾਣਦੇ ਹਾਂ ਵੀ ਅਗਰ ਮੰਨ ਲਓ ਕਿਸੇ ਨੂੰ ਕੈਂਸਰ ਹੈ, ਤੇ ਡਾਕਟਰ ਅਗਰ ਕਹਿ ਦੇਵੇ ਵੀ ਇਹ ਨਹੀਂ ਹੁਣ ਠੀਕ ਹੋਣਾ, ਤੂੰ ਨਹੀਂ ਹੁਣ ਠੀਕ ਹੋ ਸਕਦਾ, ਤੇਰਾ ਤਾਂ ਐਂ, ਸੋ ਤੇਰਾ ਤਾਂ 6 ਮਹੀਨੇ ਟਾਈਮ ਆ, ਮਰਨ ਤੋਂ ਪਹਿਲਾਂ ਹੀ ਬੰਦਾ ਮਰਿਆ ਵਰਗਾ ਹੋ ਜਾਂਦਾ, ਕਿਉਂਕਿ ਡਾਕਟਰ ਤੇ ਵਿਸ਼ਵਾਸ ਹੈ ਉਹਦੀ ਗੱਲ ਤੇ। ਪਰ ਉਲਟਾ ਦੂਸਰਾ, ਅਗਰ ਉਹਨੂੰ ਏਦਾਂ ਦੀਆਂ ਅਸੀਂ ਗੱਲਾਂ ਦੱਸ ਦਈਏ, ਜਾਂ ਉਹਨੇ ਕਿਤੇ ਸੁਣੀਆਂ ਪੜ੍ਹੀਆਂ ਹੋਣ, ਲੈ ਉਹ ਤਾਂ ਇੰਨੇ ਸਾਲ ਜੀਆ, ਉਹ ਤਾਂ ਠੀਕ ਹੋ ਗਿਆ ਬਿਲਕੁਲ, ਹੁਣ ਤਾਂ ਇਲਾਜ ਬੜੇ ਸੋਹਣੇ ਆ ਗਏ ਨੇ, ਇਹ ਮੈਸੇਜ ਦੇਣ ਦੇ ਨਾਲ ਜਿਹੜਾ ਹੈ ਉਹ ਬਿਮਾਰੀ 'ਚ ਘੱਟ ਧਿਆਨ ਦਿੰਦਾ, ਫਿਰ ਹੀਲਿੰਗ ਪ੍ਰੋਸੈਸ ਉਹਦਾ ਜਿਹੜਾ ਸ਼ੁਰੂ ਹੋ ਜਾਂਦਾ। ਸੋ ਮੈਸੇਜ ਜਿਹੜਾ ਆਪਣੇ ਆਪ ਨੂੰ ਵਧੀਆ ਦਈਏ, ਦੂਸਰਿਆਂ ਨੂੰ ਵੀ ਅਸੀਂ ਚੜ੍ਹਦੀਆਂ ਕਲਾ ਵਾਲਾ ਦਈਏ, ਇਹ ਅਸੀਂ ਖਾਸ ਧਿਆਨ ਰੱਖੀਏ ਸੰਗਤ ਜੀ, ਬਹੁਤ ਜ਼ਰੂਰੀ ਹੈ। ਸੋ ਅੰਦਰ ਅਸੀਂ ਕੀ ਸੋਚ ਰਹੇ ਹਾਂ, ਇਹਦੇ ਉੱਤੇ ਹੁਣ ਕੰਮ ਕਰਨਾ। ਆਪਣੇ ਮਨ, ਮਹਾਰਾਜ ਕਹਿੰਦੇ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਤੂੰ ਮਨ ਨੂੰ ਖੋਜ, ਜਿਹੜੇ ਤੈਨੂੰ ਨਾਮ ਦੀ ਤਲਾਸ਼ ਹੈ ਨਾ, ਤੈਨੂੰ ਮਿਲੇਗਾ ਤੇਰੇ ਅੰਦਰ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਸੋ ਆਪਣੇ ਮਨ ਦੀ ਖੋਜ ਕਰੀਏ, ਸੋਚਾਂ ਆਪਣੇ ਕੀ ਸੋਚ ਰਹੇ ਹਾਂ, ਕੀ ਸਾਡੇ ਅੰਦਰ ਸੋਚ ਚੱਲ ਰਹੀ, ਔਰ ਫਿਰ ਸ਼ਬਦ ਅਸੀਂ ਕੀ ਬੋਲ ਦਿੰਦੇ ਹਾਂ, ਇਹਨਾਂ ਦਾ ਅਸੀਂ ਧਿਆਨ ਰੱਖੀਏ। ਇਹ ਵੀ ਰਿਸਰਚ ਕੀਤੀ ਵੀ ਅਗਰ ਤੁਹਾਡਾ ਸਿੱਧਾ ਮਨ ਤੱਕ ਨਹੀਂ ਪਹੁੰਚ ਪਾਉਂਦੇ, ਸੋਚ ਤੱਕ, ਫਿਰ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੋ ਜਿਹੇ ਸ਼ਬਦ ਇਸਤੇਮਾਲ ਕਰਦੇ, ਉਹਨਾਂ ਨੂੰ ਪਕੜੋ, ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰੋ। ਨੈਗੇਟਿਵ ਬੋਲਦੇ ਹੋ ਤਾਂ ਪੋਜ਼ਿਟਿਵ ਸ਼ਬਦ ਬੋਲਣੇ ਸ਼ੁਰੂ ਕਰ ਦਿਓ। ਉਹਨਾਂ ਨੇ ਨਿੱਕੀ ਜਿਹੀ ਗੱਲ, ਥੋੜ੍ਹੀਆਂ ਜਿਹੀਆਂ ਗੱਲਾਂ ਦੱਸੀਆਂ ਨੇ, ਜਿਵੇਂ ਅਸੀਂ ਬੋਲ ਦਿੰਦੇ ਹਾਂ ਵੀ ਬੜੀ ਪ੍ਰੋਬਲਮ ਆ ਗਈ ਉਹਦੀ ਲਾਈਫ 'ਚ, ਕਦੇ ਨਹੀਂ, ਪ੍ਰੋਬਲਮ ਨਹੀਂ ਬੋਲਣਾ, ਚੈਲੰਜ ਬੋਲੋ। ਪ੍ਰੋਬਲਮ ਡਾਊਨ ਕਰਦਾ ਹੈ, ਚੈਲੰਜ ਵਰਡ ਜਿਹੜਾ ਤੁਹਾਨੂੰ ਸ਼ਕਤੀ ਦਿੰਦਾ ਹੈ। ਸੋ ਇਹ ਆਪਣੇ ਵਰਡਸ ਨੂੰ ਚੇਂਜ ਕਰੋ। ਫਿਰ ਉਹ ਆਪਾਂ ਕਹਿੰਦੇ ਡੋਂਟ ਪੈਨਿਕ, ਕਹਿੰਦੇ ਪੈਨਿਕ ਨਹੀਂ ਕਰੋ, ਰਿਲੈਕਸ। ਸ਼ਬਦ ਹੀ ਬਦਲੇ ਆ ਨਾ, ਤਾਂ ਦੇਖੋ ਸਾਡੀਆਂ ਫੀਲਿੰਗਸ ਵੀ ਬਦਲ ਗਈਆਂ ਨਾਲ ਲੱਗਦੀਆਂ। ਸੋ ਇਦਾਂ ਦੀਆਂ ਬੇਅੰਤ ਉਹਨਾਂ ਨੇ ਦੱਸੀਆਂ। ਮੈਂ ਥੋੜੀ ਜਿਹੀ ਆਪ ਜੀ ਨਾਲ ਗੱਲ ਕਰ ਰਹੀ ਹਾਂ, ਜਿੱਦਾਂ ਅਸੀਂ ਕਹਿੰਦੇ ਹਾਂ ਵੀ ਉਹ ਤੂੰ ਗਲਤ ਰਸਤੇ ਨਾ ਪੈ ਜਾਈਂ ਕਿਤੇ,
ਨਹੀਂ, ਉਹਨੂੰ ਬੋਲਣਾ ਸਹੀ ਰਸਤੇ ਜਾਈਂ। ਮੈਸੇਜ ਵੀ ਅਸੀਂ ਆਪਣਾ ਪਹੁੰਚਾ ਦਿੱਤਾ, ਪਰ ਅਸੀਂ ਨੈਗੇਟਿਵ ਵਰਡ ਨਹੀਂ ਬੋਲਿਆ। ਨਾ ਆਪਣੇ ਕੋਲ ਆਇਆ ਨੈਗੇਟਿਵ ਮੈਸੇਜ, ਨਾ ਸਾਹਮਣੇ ਵਾਲੇ ਦੇ ਕੋਲ ਗਿਆ। ਜਿਵੇਂ ਕਹਿੰਦੇ ਬੁਰੀਆਂ ਆਦਤਾਂ ਛੱਡ ਆਪਣੀਆਂ, ਨਹੀਂ, ਅਸੀਂ ਕਹਿੰਦੇ ਚੰਗੀਆਂ ਆਦਤਾਂ ਧਾਰਨ ਕਰ। ਮੈਸੇਜ ਵੀ ਜਾ ਰਿਹਾ ਔਰ ਸਾਡੀ ਸ਼ਬਦਾਵਲੀ ਵੀ ਸੁੰਦਰ ਹੋ ਰਹੀ ਔਰ ਸੁਣਨ ਵਾਲੇ ਨੂੰ ਵੀ ਅੱਛਾ ਲੱਗ ਰਿਹਾ। ਉਹਦੀ ਅਸੀਂ ਨੈਗੇਟਿਵਿਟੀ ਨੂੰ ਨਹੀਂ ਜਿਹੜਾ ਦਿਖਾ ਰਿਹਾ, ਉਹਨੂੰ ਅਸੀਂ ਚੰਗਾ ਬਣਨ ਦੀ ਪ੍ਰੇਰਨਾ ਦੇ ਰਹੇ ਹਾਂ। ਸੋ ਇਹ ਜਿਵੇਂ ਅਸੀਂ ਕਹਿੰਦੇ ਸ਼ਟ ਅਪ, ਨਹੀਂ, ਇਹਦੀ ਜਗ੍ਹਾ ਪਲੀਜ਼ ਕੀਪ ਕੁਆਇਟ। ਸੋ ਜੋ ਮੈਸੇਜ ਦੇਣਾ ਉਹ ਦੇਈ ਵੀ ਜਾ ਰਹੇ ਹਾਂ, ਲੇਕਿਨ ਸਾਡੀ ਆਪਣੀ ਸ਼ਬਦਾਵਲੀ ਕਿੰਨੀ ਵਧੀਆ ਔਰ ਸੁੰਦਰ ਹੁੰਦੀ ਜਾ ਰਹੀ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਬਾਣੀ ਤਾਂ ਸਾਨੂੰ ਪਹਿਲਾਂ ਹੀ ਦੱਸ ਰਹੀ ਸੰਗਤ ਜੀ, ਅਗਰ ਕੌੜੇ ਸ਼ਬਦ ਨੈਗੇਟਿਵ ਸ਼ਬਦ ਬੋਲਦੇ ਆ ਤਾਂ ਸਾਡੇ ਹੀ ਤਨ ਔਰ ਮਨ ਦੇ ਉੱਤੇ ਅਸਰ ਪੈਂਦਾ। ਸੋ ਸੋਹਣਾ ਸੋਹਣਾ ਅੱਛੇ ਅੱਛੇ ਸ਼ਬਦ ਬੋਲੀਏ, ਪੋਜ਼ਿਟਿਵ ਅਫਰਮੇਸ਼ਨਸ ਦਈਏ ਆਪਣੇ ਆਪ ਨੂੰ। ਤੋ ਜਿਵੇਂ ਕਿਸੇ ਨੂੰ ਸਿਹਤ ਚਾਹੀਦੀ ਹੈ ਤਾਂ ਉਹ ਪਹਿਲਾਂ ਹੀ ਮੈਸੇਜ ਆਪਣੇ ਆਉਂਦਾ, ਮੈਂ ਤੰਦਰੁਸਤ ਹਾਂ, ਇਵੇਂ ਦਾ। ਔਰ ਜਦੋਂ ਨਾਮ ਜਪਦੇ ਫਿਰ ਤਾਂ ਬਿਲਕੁਲ ਕਹੋ, ਨਾਮ ਦੀ ਤਾਂ ਹੁਣ ਇੰਨੀ ਤਾਕਤ ਆ ਵੀ ਸਾਰਾ, ਹੈ ਨਾ, ਹਰ ਹਰ ਨਾਮ ਜਪੰਤਿਆਂ ਕਛੁ ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਸੋ ਬਾਣੀ ਸਾਨੂੰ ਮੈਸੇਜ ਦੇਈ ਜਾ ਰਹੀ ਨੇ, ਪੋਜ਼ਿਟਿਵ ਅਫਰਮੇਸ਼ਨਸ ਬਾਣੀ ਤਾਂ ਇੰਨੀਆਂ ਸਾਨੂੰ ਦੇ ਰਹੀ ਨੇ ਕਿ ਕਮਾਲ ਦੀਆਂ ਨੇ। ਪੋਜ਼ਿਟਿਵ ਤੋਂ ਉੱਪਰ ਸਪਿਰਿਚੁਅਲ ਅਫਰਮੇਸ਼ਨਸ ਨੇ, ਸਾਡੇ ਕੋਲ ਰੂਹਾਨੀਅਤ ਦੀਆਂ ਅਫਰਮੇਸ਼ਨਸ ਨੇ। ਸੋ ਜਿਹਨੂੰ ਜੋ ਚਾਹੀਦਾ, ਬਾਣੀ ਜਿਹੜੀ ਆ ਖਜ਼ਾਨੇ ਨੇ, ਭੰਡਾਰੇ ਭਰੇ ਪਏ ਨੇ। ਮਨ ਅਗਰ ਡੋਲਦਾ ਆ ਤਾਂ ਵੀ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਦੱਸਿਆ ਵੀ ਤੁਸੀਂ ਕਿੱਦਾਂ ਦੇ ਜਿਹੜੀ ਆ ਉਹ ਚੀਜ਼ਾਂ ਤੁਸੀਂ ਲੈ ਕੇ ਆਣੀਆਂ। ਅਗਰ ਡਰ ਨੇ ਪਕੜਿਆ ਹੋਇਆ ਤਾਂ ਅਸੀਂ ਮੂਲ ਮੰਤਰ ਦਾ ਪਾਠ ਕਰੀਏ, ਨਿਰਭਉ ਜਪੇ ਸਗਲ ਭਉ ਮਿਟੇ। ਜਿਹੜਾ ਨਿਰਭਉ ਨੂੰ ਜਪਦਾ ਉਹਦੇ ਸਾਰੇ ਭਉ ਜਿਹੜੇ ਮਿਟ ਜਾਂਦੇ ਨੇ। ਹੁਣ ਨਿਤ ਦੀ ਨੇਮ ਦੀ ਬਾਣੀ, ਸ਼ਾਮਾਂ ਨੂੰ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸੁਖੀ ਹੋਣ ਦਾ ਤਰੀਕਾ, ਉਹਦੇ 'ਚ ਮੁਕਤ ਹੋਣ ਦਾ ਤਰੀਕਾ, ਵਾਹਿਗੁਰੂ ਜੀ ਦਾ ਰੂਪ ਬਣਨ ਦਾ ਤਰੀਕਾ, ਸਾਰੇ ਡਰਾਂ ਨੂੰ ਦੂਰ ਕਰਨ ਦਾ ਤਰੀਕਾ, ਉਹ ਕਿੰਨਾ ਕੁਛ ਉਹਦੇ ਵਿੱਚ ਬੇਅੰਤ ਨਿਸ਼ਚਿੰਤ ਕਰਨ ਦੇ ਮਹਾਰਾਜ ਨੇ ਦੱਸ ਦਿੱਤਾ। ਤੁਸੀਂ ਬਸ ਪਰਮਾਤਮਾ ਦੇ ਉੱਤੇ ਛੱਡ ਦਿਓ, ਨਿਸ਼ਚਿੰਤ ਹੋ ਜਾਓ। ਬਾਣੀ ਵਿੱਚ ਰਹਿਰਾਸ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ, ਹੈ ਨਾ, ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜਿਉ ਭਰਿਆ, ਸੈਲ ਪੱਥਰ ਮੈਂ ਜਨਤੋਂ ਪਾਏ। ਦੇਖੋ ਕਿੱਥੇ ਕਿੱਥੇ ਮਹਾਰਾਜ ਸਾਡਾ ਧਿਆਨ ਲੈ ਕੇ ਜਾਂਦੇ ਵੀ ਉੱਥੇ ਤੱਕ ਪਰਮਾਤਮਾ ਸਾਰਿਆਂ ਦਾ ਕਰ ਰਿਹਾ, ਤੇਰਾ ਨਹੀਂ ਫਿਕਰ ਕਰੇਗਾ ਰੱਬ, ਉਹ ਤਾਂ ਕਰ ਹੀ ਰਿਹਾ। ਫਿਕਰ ਨਹੀਂ, ਰੱਬ ਪ੍ਰੇਮ 'ਚ ਸਾਡਾ ਸਾਰਾ ਜਿਹੜਾ ਕੇਅਰ ਕਰ ਰਿਹਾ। ਫਿਕਰ ਰੱਬ ਦੇ ਘਰ 'ਚ ਨਹੀਂ, ਪ੍ਰੇਮ ਸਾਡੀ ਕੇਅਰ ਕਰ ਰਿਹਾ, ਸਾਡੀ ਰੱਖਿਆ ਕਰ ਰਿਹਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਦੇਖੋ ਕਿਵੇਂ, ਇਹ ਤਾਂ ਇੰਨੀ ਬਾਣੀ ਵਿੱਚ ਤਾਕਤ ਆ। ਹੋਰ ਸ਼ਾਮਾਂ ਨੂੰ ਰਹਿਰਾਸ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਡਰ ਦੂਰ ਕਰਨ ਲਈ, ਸੁਖੀ ਰਹਿਣ ਲਈ। ਬਾਣੀ ਕਿੰਨੀ ਦੇਖੋ ਸਾਨੂੰ ਮੈਸੇਜ ਦਿੰਦੀ ਆ, ਹਰ ਧਿਆਵੇ ਤੁਝੀ ਸੇ ਜਨ ਜੁਗ ਮੈਂ ਸੁਖ ਵਾਸੀ। ਜਿਹੜੇ ਪਰਮਾਤਮਾ ਤੈਨੂੰ ਧਿਆਉਂਦੇ ਨੇ ਉਹ ਸੁਖੀ ਵਸਦੇ ਨੇ। ਫਿਰ ਅੱਗੇ ਕੀ ਕਹਿੰਦਾ, ਜਿਨ ਨਿਰਭਉ ਹਰ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਹੜੇ ਨਿਰਭਉ ਪਰਮਾਤਮਾ ਨੂੰ ਧਿਆਉਂਦੇ ਨੇ ਉਹਨਾਂ ਦਾ ਸਾਰਾ ਹੀ ਡਰ ਦੂਰ ਹੋ ਜਾਂਦਾ। ਫਿਰ ਮੁਕਤੀ ਦੀ ਵੀ ਦੱਸਦੇ ਨੇ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਤਨ ਨੇ ਇੰਨੀਆਂ ਬਲੈਸਿੰਗ ਦੇ ਰਹੇ ਨੇ ਜਿਹੜੇ ਪਰਮਾਤਮਾ ਨੂੰ ਧਿਆਉਂਦੇ। ਸੋ ਪਰਮਾਤਮਾ ਨੂੰ ਧਿਆਉਂਦੇ ਆ, ਫਿਰ ਅੰਦਰ ਨੈਗੇਟਿਵ ਸੋਚ ਨਹੀਂ ਰੱਖਣੀ, ਚੜ੍ਹਦੀਆਂ ਕਲਾ ਵਾਲੀ ਸੋਚ ਰੱਖਣੀ। ਵਾਹਿਗੁਰੂ ਦਾ ਨਾਮ ਜਪਦੇ ਆ, ਇੰਨੀ ਤਾਕਤ ਆ ਨਾਮ ਦੇ ਵਿੱਚ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ। ਵਾਹਿਗੁਰੂ ਤੇਰਾ ਨਾਮ ਜਪਦੇ, ਤੂੰ ਸਾਡੇ ਵੱਲ ਹੈ, ਹੁਣ ਕਿਸੇ ਦੀ ਕੀ ਮਸ਼ੰਦਗੀ। ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲక్ష్ਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ। ਅਸੀਂ ਸਿਰਫ ਲక్ష్ਮੀ ਨੂੰ ਪੈਸੇ ਤੱਕ ਹੀ ਲੈ ਲੈਂਦੇ ਹਾਂ, ਲਗਜ਼ਰੀ ਲਾਈਫ ਤੱਕ ਲੈ ਲੈਂਦੇ, ਨਹੀਂ, ਗਿਆਨ ਧਨ ਵੀ ਲక్ష్ਮੀ ਹੈ। ਸੰਗਤ ਜੀ ਇਹਨੂੰ ਪੂਰਾ ਲਈਏ। ਤੇਰਾ ਨਾਮ ਧਨ ਜਿਹੜਾ ਸਾਡੇ ਕੋਲ ਆ, ਤੇ ਸਾਨੂੰ ਕਾਹਦੀ ਕਿਸੇ ਦੀ ਮਸ਼ੰਦੀ, ਕਾਹਦੀਆਂ ਸਾਨੂੰ ਕਮੀਆਂ। 1,84 ਮੇਦਨੀ ਸਭ ਸੇਵ ਕਰਨ, ਐਡੇ ਅਸੀਂ ਰੋਏ ਨੇ, ਐਡੇ ਉਸ ਪਾਤਸ਼ਾਹ ਦੇ ਅਸੀਂ ਸਾਰੇ ਅੰਸ਼ ਹਾਂ। ਤਾਂ ਕਿੰਨਾ ਕੁਛ ਸਾਡੇ ਲਈ ਪਰਮਾਤਮਾ ਨੇ ਐਡਾ ਕੁਛ ਸੰਸਾਰ ਵਿੱਚ ਦਿੱਤਾ। 1,84 ਮੇਦਨੀ ਸਭ ਸੇਵ ਕਰਨ ਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ, ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੈ ਕਾਜ ਸਵਾਰੀਏ ਜਾਂ ਤੁਧ ਪਾਵੰਦਾ। ਸੋ ਇੰਨੀ ਸੁੰਦਰ ਮਰਿਆਦਾ ਬਣੀ ਹੋਈ ਸਿੱਖ ਧਰਮ ਵਿੱਚ, ਇੰਨੀ ਸੁੰਦਰ ਮਰਿਆਦਾ
ਸਵੇਰੇ ਸੁੱਤੇ ਉੱਠਦੇ ਬੈੱਡ ਤੇ ਪਿਆ ਵਾਹਿਗੁਰੂ ਵਾਹਿਗੁਰੂ ਕਰਦੇ ਹੀ ਉੱਠਦੇ ਨੇ ਗੁਰਸਿੱਖ। ਵਾਹਿਗੁਰੂ ਕਿਉਂ ਮਹਾਰਾਜ ਨੇ ਦੱਸ ਦਿੱਤਾ ਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉਠਾਰ ਨਾਮ ਤੇ ਆਵੇ। ਸਾਰੀਆਂ ਰਹਿਮਤਾਂ ਦਾ ਫਿਰ ਉਹ ਮਾਲਕ ਬਣ ਜਾਂਦਾ ਜਿਹਦੇ ਕੋਲ ਇਹ ਨਾਮ ਆ, ਜਿਹੜਾ ਪਰਮਾਤਮਾ ਦੀ ਯਾਦ ਵਿੱਚ, ਉਹਦੀ ਬੰਦਗੀ ਵਿੱਚ, ਉਹਦੇ ਪ੍ਰੇਮ ਦੇ ਵਿੱਚ, ਔਰ ਜਿਹੜਾ ਸਭ ਦਾ ਹੀ ਭਲਾ ਸੋਚਦਾ, ਕਿਸੇ ਦਾ ਵੀ ਨਹੀਂ ਮਨ ਵਿੱਚ ਕੋਈ ਵੈਰ ਨਹੀਂ, ਕੋਈ ਈਰਖਾ ਨਹੀਂ, ਕੋਈ ਦਵੇਸ਼ ਨਹੀਂ, ਸਭ ਦਾ ਭਲਾ, ਸਭ ਦਾ ਭਲਾ। ਪਰ ਸਾਰੇ ਸਾਡੇ ਵਰਗੇ, ਮਤਲਬ ਸਾਡੀ ਸੋਚ ਵਰਗੇ ਸਾਰੇ ਨਹੀਂ ਹੋ ਸਕਦੇ ਸੰਗਤ ਜੀ। ਹਰ ਇੱਕ ਦੀ ਆਪਣੀ ਆਪਣੀ ਸੋਚ ਆ। ਤਾਂ ਬਾਣੀ ਵਿੱਚ ਸਾਨੂੰ ਸਵੀਕਾਰ ਕਰਨਾ ਸਿਖਾਉਂਦੇ, ਐਕਸੈਪਟੈਂਸ। ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਰੰਗਾ। ਜਦੋਂ ਇਵੇਂ ਸੋਚਾਂਗੇ ਫਿਰ ਕਿਸੇ ਦੀ ਨੈਗੇਟਿਵਿਟੀ 'ਚ ਫੋਕਸ ਨਹੀਂ ਕਰਾਂਗੇ। ਸੋ ਪੋਜ਼ਿਟਿਵਿਟੀ, ਚੜ੍ਹਦੀਆਂ ਕਲਾਂ ਵਾਲੀ। ਸ਼ਾਮਾਂ ਨੂੰ ਫਿਰ ਰਾਤ ਨੂੰ, ਸ਼ਾਮਾਂ ਨੂੰ ਰਹਿਰਾਸ ਸਾਹਿਬ ਜੀ ਦੀ ਬਾਣੀ। ਸ਼ਾਮ ਨੂੰ ਥੱਕੇ ਆਇਆ, ਰਿਸਰਚ ਕਹਿ ਰਹੀ ਨਾ, ਜਦੋਂ ਥੱਕਿਆ ਵੀ ਬੰਦਾ ਹੁੰਦਾ ਉਦੋਂ ਵੀ ਮੈਸੇਜ ਅੰਦਰ ਜਿਹੜਾ ਪਹੁੰਚਾ ਲਓ ਤਾਂ ਪਹੁੰਚ ਜਾਂਦਾ। ਸ਼ਾਮ ਨੂੰ ਥੱਕਿਆ ਮਹਾਰਾਜ ਕਹਿੰਦੇ ਰਹਿਰਾਸ ਸਾਹਿਬ ਦੀ ਥੋੜੇ ਸ਼ਬਦ ਨੇ, ਇਹ ਭਾਈ ਹੁਣ ਤੁਸੀਂ ਪੜ੍ਹ ਲਓ। ਉਦੋਂ ਫੇਰ ਸਿੱਖ ਅਰਦਾਸ ਕਰਦਾ, ਰਾਤ ਨੂੰ ਫਿਰ ਅਰਦਾਸ ਕਰਦਾ ਸਿੱਖ, ਸੱਚੇ ਪਾਤਸ਼ਾਹ ਸਾਰਾ ਦਿਨ ਤੇਰੇ ਭਾਣੇ ਵਿੱਚ ਸੁੱਖਾਂ ਦਾ ਬਤੀਤ ਹੋਇਆ, ਰਹਿਣਾ ਹੀ ਆਪਣੇ ਭਾਣੇ ਵਿੱਚ ਸੁੱਖਾਂ ਦਾ ਬਤੀਤ ਕਰੇ। ਇਸ ਤੋਂ ਉੱਤਮ ਕਿਹੜੀ ਅਰਦਾਸ ਹੋ ਸਕਦੀ? ਭਾਣੇ ਵਿੱਚ ਸੁੱਖਾਂ ਦਾ ਬਤੀਤ ਹੋਇਆ, ਰਹਿਣ ਆਈਏ ਆਪਣੇ ਭਾਣੇ ਵਿੱਚ ਸੁੱਖਾਂ ਦੀ ਬਤੀਤ ਕਰਾਂ। ਅੰਮ੍ਰਿਤ ਵੇਲੇ ਫਿਰ ਉੱਠ ਕੇ ਸੋ ਆਪਣੇ ਚੜ੍ਹਦੀਆਂ ਕਲਾਂ ਦੇ ਵਿੱਚ ਆਪਣੀ ਜੋੜੀ ਨਹੀਂ, ਲੰਬੀ ਅਰਦਾਸ। ਅਰਦਾਸ ਤਾਂ ਹਰ ਵੇਲੇ ਜੋ ਅਸੀਂ ਸ਼ਬਦ ਬੋਲ ਰਹੇ ਹਾਂ ਸਾਡੀ ਅਰਦਾਸ ਹੈ। ਜੋ ਤੁਹਾਡੇ ਆਪਣੇ ਭਾਵ ਨੇ, ਜੋ ਤੁਸੀਂ ਜੀਵਨ ਦੇ ਵਿੱਚ ਚਾਹੁੰਦੇ ਹੋ, ਉਹ ਚੀਜ਼ਾਂ ਬੋਲੋ। ਉਹ ਨਾ ਬੋਲੋ ਜਿਹੜੀਆਂ ਨਹੀਂ ਚਾਹੁੰਦੇ, ਉਹ ਨਾ ਸੋਚੋ ਜਿਹੜੀਆਂ ਨਹੀਂ ਚਾਹੁੰਦੇ। ਚੰਗਾ ਸੋਚੋ। ਔਰ ਇਹੋ ਜਿਹਾ ਹੁਣ ਸਮਾਂ ਆ, ਸਾਨੂੰ ਤਾਂ ਹਮੇਸ਼ਾ ਹੀ ਸਿਖਾਇਆ ਗਿਆ ਵੀ ਸਰਬੱਤ ਦਾ ਭਲਾ ਮੰਗੋ। ਉਹਦੇ ਵਿੱਚ ਅਸੀਂ ਆਪੇ ਹੀ ਆ ਗਏ। ਸਰਬੱਤ ਦਾ ਭਲਾ, ਸਾਰੇ ਪਾਸੇ ਸ਼ਾਂਤੀ ਹੋਵੇ, ਸੁੱਖ ਹੋਵੇ, ਸਮਰਿੱਧੀ ਹੋਵੇ, ਸਭ ਸੱਚ ਦੇ ਮਾਰਗ ਤੇ ਚੱਲਣ, ਪ੍ਰੇਮ ਹੋਵੇ, ਸਹਿਯੋਗ ਹੋਵੇ। ਇੱਦਾਂ ਦੀ ਅਰਦਾਸ ਕਰੋ ਨਾ, ਤੇ ਕੁਝ ਨਾ ਤੁਹਾਡੀ ਰੂਹ ਖਿਲੀ ਖਿਲੀ ਰਹਿੰਦੀ ਹੈ। ਸਿਰਫ ਆਪਣੇ ਤੱਕ, ਨਿੱਜ ਤੱਕ, ਉਹ ਵੀ ਜਿੱਥੇ ਜ਼ਰੂਰਤ ਹੈ ਉਹ ਵੀ ਕਰੋ, ਪਰ ਸਰਬੱਤ ਦੇ ਭਲੇ ਦੀ ਬਾਣੀਆਂ ਪੜ੍ਹ ਕੇ ਵੀ, ਨਿਤਨੇਮ ਕਰਕੇ ਵੀ ਅਸੀਂ ਸਰਬੱਤ ਦੇ ਵਿੱਚ ਹੀ ਆ ਜਾਂਦੇ ਹਾਂ। ਔਰ ਚੜ੍ਹਦੀਆਂ ਕਲਾਂ ਵਾਲੀ ਸੋਚ ਵਾਲੇ ਬੇਅੰਤ ਬੇਅੰਤ ਸ਼ਬਦ ਨੇ, ਸਾਰੇ ਚੜ੍ਹਦੀਆਂ ਕਲਾਂ ਵਿੱਚ ਹੀ ਲੈ ਕੇ ਜਾਂਦੇ ਨੇ। ਤਾਂ ਜਿਹੜਾ ਵੀ ਤੁਹਾਨੂੰ ਚੰਗੀ ਲੱਗਦੀ ਬਾਣੀ ਦੀ ਇੱਕ ਪੰਕਤੀ ਵੀ ਚਾਹੇ ਤੁਸੀਂ ਰਿਪੀਟ ਕਰੀ ਜਾਓ, ਔਰ ਤੁਸੀਂ ਦੇਖੋ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ। ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਚਾਹੀਦਾ ਹੈ, ਜਿਹਨੂੰ ਵਾਹਿਗੁਰੂ ਚਾਹੀਦਾ, ਉਹਦੇ ਪ੍ਰੇਮ ਦੇ ਸ਼ਬਦ ਗੁਣ ਗਣਾਵੇ, ਉਹਦੀ ਯਾਦ ਵਿੱਚ ਜਿਵੇਂ ਮਰਜ਼ੀ ਪਰਮਾਤਮਾ ਦੀ ਯਾਦ ਵਿੱਚ ਫਿਰੇ। ਸਾਡਾ ਸਾਰਿਆਂ ਦਾ ਅਲਟੀਮੇਟ ਗੋਲ ਜਿਹੜਾ ਉਹ ਇਹੀ ਹੈ ਕਿ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੋਬਿੰਦ ਜਦੋਂ ਮਿਲਣ ਦੀ ਇਹ ਸਾਡੀ ਵਾਰੀ ਹੈ। ਤਾਂ ਫਿਰ ਵੀ ਜ਼ਿੰਦਗੀ ਵਿੱਚ ਜਦੋਂ ਕੋਈ ਥੋੜ੍ਹੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਤਾਂ ਬੰਦੇ ਦਾ ਮਨ ਜਿਹੜਾ ਉਹਦੇ 'ਚ ਹੀ ਫਸਿਆ ਰਹਿ ਜਾਂਦਾ। ਉਹਦੇ ਲਈ ਵੀ ਤੁਸੀਂ ਚੰਗੇ ਚੰਗੇ ਸ਼ਬਦ ਬੋਲੋ, ਮੈਂ ਤੰਦਰੁਸਤ ਹਾਂ, ਸਾਰੀਆਂ ਬਰਕਤਾਂ ਆ ਸਾਡੇ ਘਰ ਦੇ ਵਿੱਚ, ਅਸੀਂ ਸਾਰੇ ਬੜੇ ਪ੍ਰੇਮ ਦੇ ਨਾਲ ਰਹਿੰਦੇ ਹਾਂ, ਸਾਡੇ ਰਿਸ਼ਤੇ ਬੜੇ ਅੱਛੇ ਨੇ। ਇੱਦਾਂ ਦੀਆਂ ਇਹ ਹੁਣ ਇਹਦਾ ਮੈਥਡ ਕੀ ਹੈ? ਰਾਤ ਨੂੰ ਤਾਂ ਹੋ ਗਿਆ, ਸਵੇਰ ਨੂੰ ਹੋ ਗਿਆ, ਫਿਰ ਉਹ ਕਹਿੰਦੇ ਨੇ ਵੀ ਲਿਖੋ ਜ਼ਰੂਰ। ਉਹ ਸਟੂਡੈਂਟਸ ਨੂੰ ਲਿਖਾਇਆ ਗਿਆ ਸੀ, ਲਿਖਣਾ ਜ਼ਰੂਰੀ। ਜਦੋਂ ਲਿਖਦੇ ਆ ਫਿਰ ਸਿੱਧਾ ਸਬਕੌਂਸ਼ੀਅਸ ਮਾਈਂਡ ਵਿੱਚ ਜਾਂਦਾ ਔਰ ਛੇਤੀ ਕੰਮ ਹੁੰਦਾ ਹੈ। ਸੋ ਇਹ ਤੁਸੀਂ ਸਾਰੇ ਜਾਣੇ ਜ਼ਰੂਰ ਲਿਖਣਾ ਸ਼ੁਰੂ ਕਰ ਦਿਓ, ਕਾਪੀ ਪੈਨ ਲੈ ਕੇ। ਤਾਂ ਅੱਗੇ ਕੀ ਕਰਦੇ ਹੁੰਦੇ ਸਨ, ਉਹ ਸ਼ਬਦ ਲਿਖਣਾ ਸ਼ੁਰੂ ਕਰ ਦੇਣਾ ਬਾਣੀ ਦਾ। ਮਤਲਬ ਸ਼ਬਦ ਲਿਖੋ ਨਾ ਬਾਣੀ ਦਾ, ਜਿਹੜੀ ਸਾਨੂੰ ਉਹ ਪੋਜ਼ਿਟਿਵਿਟੀ ਅੰਦਰ ਜਾਵੇ, ਬਾਣੀ ਦੀ ਤਾਕਤ ਵੀ ਜਾਵੇ, ਔਰ ਬਾਣੀ ਸਾਡਾ ਜੀਵਨ ਦਾ ਹਿੱਸਾ ਵੀ ਬਣ ਜਾਵੇ। ਜਾਂ ਤੁਹਾਨੂੰ ਆਪਣਾ ਵੀ ਕੁਛ ਵੀ ਲੱਗਦਾ, ਉਹ ਤੁਸੀਂ ਬੋਲੋ ਵੀ ਮੈਂ ਤੰਦਰੁਸਤ। ਸ਼ਬਦ ਲਿਖ ਕੇ ਵੀ ਨੀਚੇ ਲਿਖ ਦਿਓ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਤੰਦਰੁਸਤ ਹਾਂ। ਇੱਦਾਂ ਇੱਕ ਬਾਣੀ ਦੀ ਪੰਕਤੀ ਲਿਖ ਲਓ, ਕੁਛ ਲਿਖ ਲਓ, ਵਾਹਿਗੁਰੂ ਵਾਹਿਗੁਰੂ ਲਿਖ ਕੇ ਲਿਖ ਲਓ, ਮੂਲ ਮੰਤਰ ਲਿਖ ਕੇ ਲਿਖ ਲਓ। ਪੋਜ਼ਿਟਿਵ ਅਫਰਮੇਸ਼ਨ ਜਿਹੜੀ ਤੁਸੀਂ ਜ਼ਿੰਦਗੀ ਵਿੱਚ ਜਿੱਦਾਂ ਦੀ ਆਪਣਾ ਜੀਵਨ ਚਾਹੁੰਦੇ ਹੋ ਉਹ ਬਣਾ ਸਕਦੇ ਹੋ। ਇਹ ਰਿਸਰਚਰਸ ਕਹਿ ਰਹੀਆਂ ਨੇ, ਬਾਣੀ ਵਿੱਚ ਤਾਂ ਪਹਿਲਾਂ ਦੱਸਿਆ, ਜੈਸਾ ਸੇਵੇ ਤੈਸਾ ਹੋਏ। ਜਿੱਦਾਂ ਦਾ ਅਸੀਂ ਸੇਵਾਂਗੇ ਉੱਦਾਂ ਦੇ ਅਸੀਂ ਹੋ ਜਾਵਾਂਗੇ। ਸੋ ਗੁਰੂ ਮਹਾਰਾਜ ਜੀ ਹਾਜ਼ਰ ਨਾਜ਼ਰ ਨੇ, ਪਾਰ ਬ੍ਰਹਮ ਪਰਮਾਤਮਾ ਹਾਜ਼ਰ ਨਾਜ਼ਰ ਨੇ। ਹਮੇਸ਼ਾ ਹੀ ਇਸੇ ਭਾਵ ਦੇ ਨਾਲ ਬੈਠੀ ਦਾ ਕਿ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਚਲਾਇਆ ਹੋਇਆ ਸ਼੍ਰੀ ਗੁਰੂ ਨਾਨਕ ਮਿਸ਼ਨ ਆ। ਸਤਿਗੁਰੂ ਜੀ ਹਮੇਸ਼ਾ ਹੀ ਹਾਜ਼ਰ ਨਾਜ਼ਰ ਨੇ, ਉਹਨਾਂ ਨੂੰ ਯਾਦ ਕਰਕੇ ਹੀ ਬੈਠਿਆ ਜਾਂਦਾ। ਤਾਂ ਮਹਾਰਾਜ ਜੀ ਹੁੰਦੇ ਨੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਪੋਜ਼ਿਟਿਵ ਅਫਰਮੇਸ਼ਨ ਦੇ ਵਿੱਚ ਰੱਖਣ, ਆਪਣੀ ਬਾਣੀ ਦੇ ਆਨੰਦ ਵਿੱਚ, ਉਸ ਰੰਗ ਵਿੱਚ। ਸਤਿਗੁਰ ਸੰਗਤ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਿਰੰਕਾਰ
ਸਰੀਰਕ ਰੂਪ ਦੇ ਵਿੱਚ, ਸਰਗੁਣ ਰੂਪ ਦੇ ਵਿੱਚ ਆਏ ਸਨ। ਬਹੁਤ ਖੰਡਾ ਬ੍ਰਹਿਮੰਡਾਂ ਦੇ ਮਾਲਕ ਉਹ ਸ਼ਕਤੀ, ਚਾਹੇ ਤੁਸੀਂ ਪਰਮਾਤਮਾ ਕਹਿ ਲਓ, ਜਿਵੇਂ ਮਰਜ਼ੀ ਯਾਦ ਕਰੋ। ਸੋ ਸਾਰਿਆਂ ਦੇ ਉੱਤੇ ਆਪਣੀਆਂ ਰਹਿਮਤਾਂ ਵਰਸਾ ਰਹੇ ਨੇ, ਸਭ ਨੂੰ ਚੜ੍ਹਦੀਆਂ ਕਲਾ ਵਾਲੀਆਂ ਬਖਸ਼ਿਸ਼ਾਂ ਦੇ ਰਹੇ ਨੇ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਿਹੰਗ ਸਿੰਘ, ਪਤਾ ਕਿੰਨੇ ਚੜ੍ਹਦੀਆਂ ਕਲਾ ਵਾਲੇ, ਪੋਜ਼ਿਟਿਵ ਅਫਰਮੇਸ਼ਨ ਵਿੱਚ ਹੁਣ ਯਾਦ ਆ ਗਈ, ਚਲੋ ਬਚਨ ਕਰ ਲਈਏ ਵੀ। ਤੋ ਇੱਕ ਸਿੰਘ ਨੂੰ ਕਹਿੰਦੇ ਸੀ 1.25 ਲੱਖ। ਸਾਹਮਣੇ ਵਾਲੇ ਨੇ ਪੁੱਛਣਾ ਭਾਈ ਕਿੰਨੇ ਕਿੰਨੇ ਆਏ ਆ, ਸਿੰਘ ਨੇ ਤਾਂ ਇੱਕ ਆਣਾ ਸਾਹਮਣੇ, ਕਹਿਣਾ 1.25 ਲੱਖ ਫੌਜਾਂ ਆ ਗਈਆਂ। 2 ਆਣੇ ਜੀ ਕਿੰਨੇ ਆ ਗਏ, 2.5 ਲੱਖ ਫੌਜਾਂ ਆ ਗਈਆਂ। ਸੋ ਜਦੋਂ ਇਦਾਂ ਦੇ ਸ਼ਬਦ ਬੋਲਣੇ ਨਾ ਉਹਨਾਂ ਨੇ, ਤਾਂ ਉਹ ਜਿਹੜਾ ਦੁਸ਼ਮਣ ਹੁੰਦਾ ਸੀ ਨਾ, ਉਹ ਜੰਗੇ ਮੈਦਾਨ ਛੱਡ ਕੇ ਭੱਜ ਜਾਂਦਾ ਸੀ। ਇਹ ਤਾਂ 2.5 ਲੱਖ ਫੌਜਾਂ ਉਤਰ ਆਈਆਂ। ਸੋ ਇਹ ਸ਼ਬਦਾਵਲੀ ਉਹਨਾਂ ਦੀ ਦੇਖੋ ਕਿਹੋ ਜਿਹੀ ਹੁੰਦੀ ਸੀ। ਸੋ ਅਗਰ ਕਿਸੇ ਦੀ ਇੱਕ ਲੱਤ ਤੋਂ ਕੋਈ ਲੰਗੜਾ ਹੋਵੇ, ਕਹਿਣਾ ਸੁਚਾਲਾ ਸਿੰਘ, ਸੋਹਣੀ ਚਾਲ। ਆ ਦੇਖੋ ਨਾ, ਅਸੀਂ ਬੋਲਦੇ ਇਹੋ ਜਿਹੇ ਸ਼ਬਦ, ਇਦਾਂ ਦੇ ਸ਼ਬਦ, ਸੁਚਾਲਾ ਸਿੰਘ। ਅਗਰ ਇੱਕ ਅੱਖ ਤੋਂ ਕਾਣਾ ਆ ਤਾਂ ਉਹਨੂੰ ਮੈਂ ਤੁਹਾਨੂੰ ਦੱਸਦੀ, ਮੈਂ ਲਿਖਿਆ ਹੋਇਆ ਸੀ, ਮੈਂ ਕਿਹਾ ਠੀਕ ਹੈ, ਤੇ ਹਾਂ, ਉਹਨੂੰ ਸੂਰਮਾ ਸਿੰਘ। ਔਰ ਜਿਹਨੂੰ ਕੰਨਾਂ ਤੋਂ ਘੱਟ ਸੁਣਾਈ ਦਿੰਦਾ, ਉਹਨੂੰ ਕਹਿਣਾ ਚੁਬਾਰੇ ਚੜ੍ਹੇ ਆਇਆ ਬੋਲੇ ਨੂੰ, ਮਤਲਬ ਚੁਬਾਰੇ ਚੜ੍ਹਿਆ, ਹੁਣ ਕੁਛ ਨਹੀਂ ਸੁਣਦਾ, ਮਤਲਬ ਹਾਇਰ ਸੈਲਫ ਦੇ ਨਾਲ ਜੁੜਿਆ ਪਿਆ। ਆਹ ਤਾਂ ਦੇਖੋ ਨਾ, ਸਿੱਧਾ ਰੱਬ ਦੇ ਘਰ ਦੀ ਗੱਲ ਕਰਦੇ ਨੇ, ਚੜ੍ਹਦੀਆਂ ਕਲਾ ਵਾਲੀ ਗੱਲ ਕਰਦੇ ਨੇ। ਵੀ ਜਦ ਗੁਰੂ ਨੇ ਕਹਿ ਦਿੱਤਾ ਮੇਰਾ ਇੱਕ ਇੱਕ ਸਿੱਖ ਖਾਲਸਾ ਜਿਹੜਾ 1.25 ਲੱਖ ਦੇ ਬਰਾਬਰ ਆ, ਤਾਂ ਕਹਿਣਾ 1.25 ਲੱਖ ਆ ਗਿਆ। ਆਹ ਹੈ ਵਿਸ਼ਵਾਸ ਗੁਰੂ ਦੇ ਉੱਤੇ। ਔਰ ਫਿਰ ਇਤਿਹਾਸ ਗਵਾਹੀਆਂ ਵੀ ਦਿੰਦਾ, 1.25 ਲੱਖ ਦੇ ਨਾਲ ਇੱਕ ਇੱਕ ਨਾਲ ਲੜਿਆ, ਉਨੀ ਤਾਕਤ ਸ਼ਕਤੀ ਦਿਖਾਈ ਵੀ। ਇਹ ਗੁਰੂ ਦੇ ਬੋਲਾਂ ਚ ਇੰਨੀ ਤਾਕਤ ਜਦੋਂ ਅਸੀਂ ਮੰਨ ਲੈਂਦੇ ਹਾਂ। ਸੋ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸੋ ਛੋਲੇ ਖਾਣੇ, ਕਹਿਣਾ ਜੀ ਬਦਾਮ ਖਾਂਦੇ ਪਏ ਹਾਂ ਅਸੀਂ, ਐਡੀ ਤਾਕਤ ਸਾਡੇ ਕੋਲ। ਲੰਗਰ ਅਗਰ ਮਤਲਬ ਹੁਣ ਮੈਂ ਉਹ ਸ਼ਬਦ ਹੀ ਨਹੀਂ ਬੋਲਣਾ, ਕਹਿਣਾ ਜੀ ਮਸਤਾਨਾ ਹੋ ਗਿਆ, ਮਸਤਾਨਾ। ਆਹ ਤਾਂ ਗੱਲ ਵੀ ਹੋਈ। ਅਸੀਂ ਕਹਿੰਦੇ ਹੈ ਨਹੀਂ, ਇਹ ਹੈ ਨਹੀਂ ਤਾਂ ਕੀ, ਜਿਹੜੇ ਹੈ ਨਹੀਂ ਕਰਦੇ ਉਹਨਾਂ ਦੇ ਹੈ ਨਹੀਂ ਹੋ ਜਾਂਦਾ। ਜਿਹੜੇ ਕਹਿੰਦੇ ਭੰਡਾਰੇ ਭਰੇ ਪਏ ਆ, ਉਹਨਾਂ ਦੇ ਭਰੇ ਹੀ ਰਹਿੰਦੇ ਆ। ਉਹ ਖਾਵੇ ਖਰਚੇ ਰਲ ਮਿਲ ਤੋਟ ਨਾ ਆਵੇ ਵੱਧ ਹੋ ਜਾਏ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲੈ ਆ ਰਲਾਏ। ਚੜ੍ਹਦੀਆਂ ਕਲਾਂ ਚ ਰਹੀਏ ਅਸੀਂ ਸਾਰੇ ਜਾਣੇ। ਸੋ ਗੁਰੂ ਮਹਾਰਾਜ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਪਾਰ ਬ੍ਰਹਮ ਪਰਮਾਤਮਾ, ਸਾਰੇ ਸਤਿਗੁਰੂ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਰੀਆਂ ਸੰਗਤਾਂ ਨੂੰ ਅਸੀਸਾਂ ਦੇ ਰਹੇ ਨੇ। ਅਸੀਂ ਸਾਰੇ ਜਾਣੇ ਉਹਨਾਂ ਦੇ ਪ੍ਰੇਮ ਦੇ ਵਿੱਚ, ਉਹਨਾਂ ਦੀਆਂ ਰਹਿਮਤਾਂ ਵਿੱਚ, ਉਹਨਾਂ ਦੀਆਂ ਬਰਕਤਾਂ ਦੇ ਵਿੱਚ, ਉਹਨਾਂ ਦੀਆਂ ਅਸੀਸਾਂ ਵਿੱਚ, ਉਹਨਾਂ ਦੀ ਰੂਹਾਨੀਅਤ ਦਾ ਸਾਰੇ ਜਾਣੇ ਅਸੀਂ ਆਨੰਦ ਮਾਣ ਰਹੇ ਹਾਂ, ਔਰ ਮੰਨਦੇ ਹੀ ਰਹਾਂਗੇ। ਸੰਗਤ ਜੀ, ਹੋਈਆਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।